सत श्री अकाल सबको। वेलकम टू अनफोल्ड जिंदगी, पावर्ड बाय वुमेन एम्पावरमेंट बाय लविका नैयर एंड पंजाब नाउ। वेन्यू पार्टनर ब्लूम बुटीक होटल एंड मीडिया पार्टनर 94.3 माई FM। सो आज हम जिनसे शुरुआत करने जा रहे हैं उनका नाम है दलजीत सिंह अरोड़ा जी, जो कि पंजाबी इंडस्ट्री के जाने माने क्रिटिक्स हैं और उनकी जो नंबर 1 मैगजीन है पंजाबी स्क्रीन मैगजीन, उसके चीफ एडिटर हैं। बहुत सारा कुछ इनके पास एक्सपीरियंस है, बहुत सी ऐसी बातें हैं जिनसे हमें भी सीखने को मिला, तो हम आगे अब लोगों तक पहुंचाना चाहेंगे। आइए पूछते हैं उनसे उनके बारे में। सत श्री अकाल सर। सत श्री अकाल जी। वेलकम टू अनफोल्ड जिंदगी सर। थैंक यू सर, बहुत बहुत थैंक यू आपका इस शो में आने के लिए और हमारा साथ देने के लिए। थैंक्स ਤੁਹਾਡਾ, ਤੁਸੀਂ ਮੈਨੂੰ ਬੁਲਾਇਆ ਫਸਟ ਸ਼ੋ ਤੇ मैं भी लकी है। हाँ जी सर, सबसे पहले ना मैं आपसे पूछना चाहती हूँ कि पंजाबी इंडस्ट्री इतनी पुरानी है और बहुत लोगों को मैंने देखा है इसमें स्ट्रगल करते हुए भी, और बहुत सारी फील्ड्स हैं इसमें, काफ़ी लोग इससे जुड़े हुए हैं। सर, आप इस इंडस्ट्री से कैसे जुड़े? आपका कैसे रास्ता बना पंजाबी इंडस्ट्री में एज अ क्रिटिक्स? फिर बहुत कुछ आपने किया है, मैंने सुना है। सर, मैं वो सब कुछ जो आपकी जो जर्नी स्टार्ट हुई है ना, मैं सब कुछ जानना चाहती हूँ। प्लीज़ आप एक्सप्लेन कीजिए हमें। देखो जी, पहली गल है कि मुश्किल तो तुसी कोई भी काम शुरू करोगे तो कुछ ना कुछ तो एक्सपैक्टेशनस होंदी हैं, पर उहदे ते जे तुहाडा जज्बा हावी हो जाता तो मुश्किलां जिहड़ियां खत्म हो जांदियां, अपने आप खत्म हो जांदियां। तो बाकी देखो उस टाइम ते कोई जदों आपां 2000 सन की गल कीती, कोई सोशल मीडिया ना एक्टिवेट नहीं सीगा ਤੇ ਇੱਕ ਦੂਜੇ ਤੱਕ ਮੈਸੇਜ ਪਹੁੰਚਾਉਣ ਦਾ ਸਾਧਨ ਨਹੀਂ ਸੀ। ਸਾਨੂੰ ਅਖਬਾਰਾਂ ਦਾ ਸਹਾਰਾ ਲੈਣਾ ਪੈਂਦਾ ਸੀ, ਪੈਫਲੇਟ ਅਖਬਾਰਾਂ 'ਚ ਦੇਈਦੇ ਸੀ, ਆਪ ਪਬਲਿਸਿਟੀ ਕਰੀਦੀ ਸੀ, ਹੋਰ ਤਰੀਕੇ ਨਾਲ ਹੋਰਡਿੰਗ ਲਗਾ ਕੇ ਕੁਝ ਵੀ ਹੈ ਤਾਂ ਕਿ ਸਾਡੀ ਗੱਲ ਜਿਹੜੀ ਲੋਕਾਂ ਤੱਕ ਪਹੁੰਚੇ। ਤੇ ਸੈਕੰਡਲੀ ਉਸ ਟਾਈਮ ਤੇ ਇੱਕ ਵੱਡੇ ਸਟਾਰ ਨੂੰ ਲੈ ਕੇ ਆਉਣਾ, ਉਹ ਵੀ ਆਪਣੇ ਆਪ 'ਚ ਇੱਕ ਵੱਡਾ ਕੰਮ ਸੀਗਾ। ਮੈਂ ਸਮਝਦਾ ਕਿ ਇੱਕ ਨਵੇਂ ਬੱਚਿਆਂ ਨੂੰ ਇੱਕ ਐਕਟਰ ਦੇ ਨਾਲ ਮਿਲਾ ਕੇ ਰੂਬਰੂ ਕਰਾਉਣਾ, ਜੇ ਫਸਟ ਪਰਫਾਰਮੈਂਸ ਹੋ ਰਹੀ ਹੈ ਤੇ ਉਹਦੇ ਵਿੱਚ ਇੱਕ ਵੱਡੀ ਸਟਾਰ ਕੰਮ ਕਰ ਰਹੀ ਹੈ। ਬੱਚੇ ਵੀ ਬੜੇ ਲੱਕੀ ਨੇ ਜਿਸ ਟਾਈਮ ਤੇ ਉਹਨਾਂ ਨੇ ਸਿੱਖਿਆ, ਤੇ ਅੱਜ ਦਾ ਤੇ ਮਾਹੌਲ ਥੋੜਾ ਚੇਂਜ ਹੋ ਗਿਆ। ਉਹ ਸਟਾਰ ਵੀ ਆਮ ਲੋਕਾਂ ਦੇ ਨੇੜੇ ਆਉਂਦੇ ਜਾਂਦੇ ਨੇ ਸੋਸ਼ਲ ਮੀਡੀਆ ਕਰਕੇ, ਪਰ ਉਦੋਂ ਇੱਦਾਂ ਨਹੀਂ ਸੀਗਾ। ਤੇ ਵੱਡੀ ਗੱਲ ਹੈ ਕਿ ਉਦੋਂ ਤੱਕ ਤਾਂ ਮੈਂ ਬੰਬੇ ਵੀ ਨਹੀਂ ਸੀ ਗਿਆ, ਤੇ ਇੱਕ ਫਿਲਮ ਸਟਾਰ ਨੂੰ ਅੰਮ੍ਰਿਤਸਰ ਲੈ ਕੇ ਆਣਾ ਬਿਨਾਂ ਬੰਬੇ ਜਾਏ ਇਹ ਇੱਕ ਆਪਣੇ ਆਪ 'ਚ ਐਕਸਪੀਰੀਅੰਸ ਹੈ, ਬਹੁਤ ਬੜੀ ਅਚੀਵਮੈਂਟ ਹੈ ਸਰ। ਚਲੋ ਇੱਕ ਲੰਬੀ ਸਟੋਰੀ, ਚਲੋ ਆਪਾਂ ਇੰਨੀ ਡਿਟੇਲਸ ਨਹੀਂ ਜਾਵਾਂਗੇ, ਪਰ ਇਹ ਵੀ ਸੀਗਾ ਕਿ ਮੈਂ ਬੰਬੇ ਨਹੀਂ ਸੀ ਗਿਆ ਉਸ ਟਾਈਮ ਤੇ। ਹਾਂਜੀ। ਤੇ ਸੈਕੰਡ ਹੈ ਕਿ ਜਿਹੜੇ ਸਟੂਡੈਂਟਸ ਜਿਨ੍ਹਾਂ ਨੂੰ ਅਸੀਂ ਸਿਖਾਇਆ ਉਹ ਅੱਜ ਬੜੀ ਵਧੀਆ ਜਗ੍ਹਾ ਤੇ ਅੰਮ੍ਰਿਤਸਰ ਤੋਂ ਇਲਾਵਾ ਪੰਜਾਬ 'ਚ ਬੰਬੇ 'ਚ ਵਧੀਆ ਜਗ੍ਹਾ ਤੇ ਟੀਵੀ ਸੀਰੀਅਲ ਦੇ ਵਿੱਚ ਕੰਮ ਕਰ ਰਹੇ, ਫਿਲਮਾਂ ਦੇ ਵਿੱਚ ਕੰਮ ਕਰ ਰਹੇ। ਜਦੋਂ ਦੇਖੀਦਾ ਤਾਂ ਖੁਸ਼ ਹੋਈਦਾ ਕਿ ਯਾਰ ਬੱਚਾ ਸਾਡੇ ਕੋਲ ਗਿਆ। ਅੰਮ੍ਰਿਤਸਰ ਦਾ ਵਿਪਲ ਮਹਿਤਾ ਤੁਸੀਂ ਸੁਣਿਆ ਸੀ, ਕਿੱਥੋਂ ਤੱਕ ਪਹੁੰਚਿਆ। ਸਾਡਾ ਸਟੂਡੈਂਟ ਸੀ ਮੇਗਾ ਮੇਰਾ, ਲੜਕੀ ਅੱਜ ਕੱਲ੍ਹ ਉਹ ਅੱਜ FM ਤੇ ਇਸ ਤਰ੍ਹਾਂ ਹੋਰ ਵੀ ਕਾਫੀ ਸਟੂਡੈਂਟਸ ਨੇ। ਹਾਂਜੀ। ਤੇ ਐਨੀਵੇਜ਼ ਫਿਰ ਗੱਲ ਉਹੀ ਕਿ ਜੇ ਤੁਹਾਡੇ 'ਚ ਕੁਝ ਕੰਮ ਕਰਨ ਦਾ ਜਜ਼ਬਾ ਹੈ, ਸਾਰੀਆਂ ਚੀਜ਼ਾਂ ਜਿਹੜੀਆਂ ਸਭ ਸਾਈਡ ਤੇ ਹੋ ਜਾਂਦੀਆਂ, ਸਾਰੇ ਤੇ ਆਪਣੇ ਆਪ ਜਿਹੜੇ ਰਸਤੇ ਹੋ ਜਾਂਦੇ। ਬਿਲਕੁਲ ਬਿਲਕੁਲ ਸਰ, ਤੁਸੀਂ ਪੰਜਾਬੀ ਸਕਰੀਨ ਮੈਗਜ਼ੀਨ ਜੋ ਨੰਬਰ 1 ਮੈਗਜ਼ੀਨ ਹੈ ਪੰਜਾਬ ਦੀ, ਤੁਸੀਂ ਇਹਦੇ ਬਾਰੇ ਕਿੰਜ ਸੋਚਿਆ? ਮਤਲਬ ਪਹਿਲੇ ਅਕੈਡਮੀ ਸ਼ੁਰੂ ਕੀਤੀ, ਫਿਰ ਤੁਹਾਡੇ ਦਿਮਾਗ 'ਚ ਖਿਆਲ ਕਿੰਜ ਆਇਆ ਕਿ ਮੈਨੂੰ ਇੱਕ ਮੈਗਜ਼ੀਨ ਲਾਂਚ ਕਰਨੀ ਚਾਹੀਦੀ ਹੈ? ਦੇਖੋ ਜਿਵੇਂ ਮੈਂ ਤੁਹਾਡੇ ਨਾਲ ਗੱਲ ਕੀਤੀ ਕਿ ਅਸੀਂ ਜਿਹੜਾ ਪਹਿਲਾਂ ਮਿਊਜ਼ਿਕ ਕੰਪਨੀ ਸ਼ੁਰੂ ਕੀਤੀ, ਤੇ ਉਸ ਟਾਈਮ ਤੇ ਵੀ ਕੁਝ ਰਸਾਲੇ ਦੇਖਦਾ ਸੀਗਾ ਮੈਂ ਵੀ। ਮੈਨੂੰ ਪੱਤਰਕਾਰੀ ਦਾ ਸ਼ੌਂਕ ਸੀ, ਕੋਈ ਲਿਖਣ ਦਾ ਵੀ ਸ਼ੌਂਕ ਸੀਗਾ। ਇਨ ਬਿਟਵੀਨ ਜਿਹੜੇ ਅਸੀਂ ਇੰਸਟੀਚਿਊਟ ਜਿਹੜਾ ਚਲਾਇਆ ਉਦੋਂ ਵੀ ਅਖਬਾਰਾਂ 'ਚ ਚਰਚਾ ਵਗੈਰਾ ਹੁੰਦੀ ਰਹੀ, ਤੇ ਇਨ ਬਿਟਵੀਨ ਰਿਲੇਸ਼ਨ ਬੰਦੇ ਗਏ, ਤੇ ਮੈਂ ਕੁਛ ਨਾ ਕੁਛ ਆਰਟੀਕਲ ਆਪ ਵੀ ਅਜੀਤ ਅਖਬਾਰ ਇੱਕ ਹੋਰ ਰਸਾਲਿਆਂ ਵਿੱਚ ਲਿਖ ਕੇ ਦੇਣੀ ਸ਼ੁਰੂ ਕੀਤੀ। ਤੇ ਉਸ ਟਾਈਮ ਦੇ ਨਾਲ ਪੱਤਰਕਾਰੀ ਦੇ ਸ਼ੌਂਕ ਵੀ ਜਾਗਿਆ। ਇਨ ਬਿਟਵੀਨ ਅਸੀਂ ਇੱਕ DD ਪੰਜਾਬੀ ਚੈਨਲ ਨਵਾਂ ਸ਼ੁਰੂ ਹੋਇਆ ਸੀ, ਤੇ ਪਹਿਲਾ ਸਾਡਾ ਪ੍ਰੋਗਰਾਮ ਸੀ, ਅਸੀਂ ਇੱਕ TV ਸੀਰੀਅਲ ਜਿਹੜਾ ਪ੍ਰੋਡਿਊਸ ਕੀਤਾ ਸੀਗਾ ਭਾਸਕਰ ਫਿਲਮਸ ਵੱਲੋਂ। ਮੈਂ ਤੇ ਮੇਰੇ ਨਾਲ ਇੱਕ ਮੇਰੇ ਪਾਰਟਨਰ ਦੋਸਤ ਸੀਗੇ ਯਸ਼ਪਾਲ ਭਾਸਕਰ, ਉਹਨੂੰ ਮੈਂ ਲਿਖਿਆ ਤੇ ਮੈਂ ਹੀ ਡਾਇਰੈਕਟ ਕੀਤਾ ਸੀਗਾ। ਤੇ ਉਹ 13 ਕਿਸ਼ਤਾਂ ਦਾ ਐਪੀਸੋਡ ਸੀਗਾ, ਜਿਹੜਾ TV ਸੀਰੀਅਲ ਸੀਗਾ, ਜਿਹੜਾ ਅਸੀਂ ਐਪੀਸੋਡਿਕ ਸਟੋਰੀਜ਼ ਹੁੰਦੀ ਸੀ, ਤੇ ਉਹ ਤੋਂ ਵੀ ਲਿਖਣ ਦਾ ਸ਼ੌਂਕ ਸੀਗਾ। ਉਹ 'ਚ ਵੀ ਕਾਫੀ ਐਕਸਪੀਰੀਅੰਸ ਰਿਹਾ। ਕਰਦੇ ਕਰਦੇ ਫਿਰ ਉਹ ਚਲੋ ਹੋਰ ਵੀ ਪ੍ਰੋਗਰਾਮ ਵੀ ਪ੍ਰੋਡਿਊਸ ਕੀਤੇ, ਕਾਫੀ ਇਹਨਾਂ ਚੀਜ਼ਾਂ ਦਾ ਐਕਸਪੀਰੀਅੰਸ ਸੀਗਾ। ਪਰ ਨਾਲ ਨਾਲ ਮੇਰੇ ਅੰਦਰ ਜਿਹੜਾ ਮਾਈਂਡ ਸੀਗਾ ਕਿ ਐਜ਼ ਏ ਬਤੌਰ ਕ੍ਰਿਟਿਕ ਕੰਮ ਕਰਨ ਦਾ, ਬਤੌਰ ਰਾਈਟਰ ਕੰਮ ਕਰਨ ਦਾ, ਤੇ
ਤੇ ਫਿਲਮ ਇੰਡਸਟਰੀ ਦੇ ਲੋਕਾਂ ਨਾਲ ਜੁੜੇ ਰਹਿਣ ਦਾ ਸ਼ੌਂਕ ਮੈਨੂੰ ਪਹਿਲਾਂ ਤੋਂ ਸੀਗਾ, ਜਿਹਦੇ ਕਰਕੇ ਸਾਰੇ ਰੁਸ਼ਤੇ ਖੁੱਲ੍ਹੇ। ਤੇ ਇਹ ਮੇਰੇ ਕੋਲ ਲੱਗਾ ਕਿ ਹੋਰ ਇੱਕ ਵਧੀਆ ਸਾਧਨ ਹੈ ਕਿ ਜੇ ਮੈਂ ਇੱਕ ਮੈਗਜ਼ੀਨ ਸ਼ੁਰੂ ਕਰਦਾ ਤਾਂ ਮੇਰੀ ਹੋਰ ਵੀ ਲੋਕਾਂ ਨਾਲ ਸੰਪਰਕ ਹੋਏਗਾ। ਸ਼ੌਂਕ ਸੀਗਾ ਬਸ, ਤੇ ਕਰਦੇ ਕਰਦੇ ਇਸੇ ਰਸਤੇ ਤੇ ਆ ਗਿਆ। ਤਾਂ 2010 ਦੇ ਵਿੱਚ ਸਰ ਇਹ ਜਿਹੜਾ ਸ਼ੌਂਕ ਤੇ ਪੈਸ਼ਨ, ਮਤਲਬ ਸ਼ੌਂਕ ਹੀ ਹੈ ਨਾ ਜਿਹੜਾ ਸਾਨੂੰ ਕਿੱਥੋਂ ਤੋਂ ਕਿੱਥੇ ਲੈ ਜਾਂਦਾ ਹੈ, ਕਦੀ ਮਤਲਬ ਜਿਵੇਂ ਪਤਾ ਨਹੀਂ ਲੱਗਦਾ। ਅਗਰ ਅਸੀਂ ਉਹਨੂੰ ਬਰਕਰਾਰ ਰੱਖੀਏ, ਅਗਰ ਆਪਣੇ ਸ਼ੌਂਕ ਨੂੰ ਛੱਡ ਦਈਏ ਤੇ ਫਿਰ ਕੁਝ ਵੀ ਨਹੀਂ ਹੋ ਸਕਦਾ। ਸਰ ਤੁਹਾਡੇ ਕੋਲ ਇੰਨਾ ਐਕਸਪੀਰੀਅੰਸ ਹੈ, ਤੁਸੀਂ ਇੰਨੀ ਚੀਜ਼ਾਂ 'ਚ ਕੰਮ ਕੀਤਾ ਐਜ਼ ਅ ਰਾਈਟਰ, ਐਜ਼ ਅ ਕ੍ਰਿਟਿਕਸ, ਐਜ਼ ਅ ਪ੍ਰੋਡਿਊਸਰ, ਐਜ਼ ਅ ਡਾਇਰੈਕਟਰ। ਸਰ ਇਹੋ ਜਿਹੀ ਕਿਹੜੀ ਫੀਲਡ ਸੀ ਜਿਹੜੀ ਪੰਜਾਬੀ ਇੰਡਸਟਰੀ 'ਚੋਂ ਜਿਹੜੀ ਤੁਹਾਡੇ ਕੋਲ ਰਹਿ ਗਈ ਹੈ, ਤੁਸੀਂ ਨਹੀਂ ਕੀਤੀ, ਤੁਹਾਨੂੰ ਇੱਛਾ ਹੋਈ ਕਿ ਯਾਰ ਮੈਂ ਹੁਣ ਉਹ ਵੀ ਕਰ ਲਾਂ? ਜੀ ਆਲਮੋਸਟ ਦੇਖੋ ਜੀ, ਜਿਹੜੀਆਂ ਫਿਲਮ ਇੰਡਸਟਰੀ ਜਿਹੜੀ ਹੈ ਉਹ ਇੱਕ ਅਨਲਿਮਿਟਿਡ ਸਕੋਪ ਹੈ। ਇਹਦੇ ਵਿੱਚ ਤੁਸੀਂ ਕੋਈ ਵੀ ਇੱਕ ਦਾ ਪਹਿਲੂ ਪਕੜ ਲਓ ਤਾਂ ਤੁਸੀਂ ਤੁਹਾਨੂੰ ਤੁਹਾਡੀ ਸਾਰੀ ਉਮਰ ਬੀਤ ਜਾਏਗੀ ਉਸ ਕੰਮ ਦੀ ਪਰਫੈਕਸ਼ਨ ਕਰਦੇ ਕਰਦੇ। ਚਲੋ ਇਹ ਤਾਂ ਇੱਕ ਰਾਈਟਿੰਗ ਮੈਗਜ਼ੀਨ ਇੱਕ ਇਸ਼ੂ ਨਾਲ, ਜਿਵੇਂ ਮੈਂ ਆਲਮੋਸਟ ਕਾਫੀ ਪੰਜਾਬੀ ਫਿਲਮਾਂ 'ਚ ਗਾਣੇ ਵੀ ਲਿਖੇ, ਹੁਣ ਵੀ ਲਿਖਦਾ, ਉਹ ਵੀ ਮੇਰਾ ਸ਼ੌਂਕ ਹੈ। ਗੀਤਕਾਰੀ ਦਾ, ਸ਼ਾਇਰੀ ਦਾ ਸ਼ੌਂਕ ਹੈ, ਉਹ ਵੀ ਨਾਲ ਚੱਲ ਰਿਹਾ। ਬਾਕੀ ਜਿੱਥੋਂ ਤੱਕ ਮੈਗਜ਼ੀਨ ਦਾ ਸਵਾਲ ਹੈ, ਤਾਂ ਇਹਨੂੰ ਤਾਂ 2010 ਤੋਂ ਲੈ ਕੇ ਹੁਣ ਤੱਕ ਕੰਟੀਨਿਊਸਲੀ ਜਿਹੜਾ ਮੈਂ ਕਰ ਰਿਹਾ। ਤੇ ਇਹਦੇ ਵਿੱਚ ਵੀ ਆਮ ਤੌਰ ਤੇ ਮੇਰੇ ਦੇਖਦੇ ਕਈ ਮੈਗਜ਼ੀਨ ਸ਼ੁਰੂ ਹੋਏ, ਕਈ ਖਤਮ 2-2, 3-3 ਮਹੀਨੇ ਚਲਾ ਕੇ ਕਈ ਬੰਦ ਹੋ ਗਏ। ਪਤਾ ਮੈਂ, ਪਰ ਮੈਨੂੰ ਵੀ ਬਹੁਤ ਲੋਕੀ ਕਹਿੰਦੇ ਸੀ, ਜਾਂ ਮੇਰੇ ਯਾਰ ਦੋਸਤ ਜਾਂ ਆਪਣੇ ਇੱਧਰ ਉੱਧਰ ਸੁਣਨ ਨੂੰ ਮਿਲ ਜਾਂਦਾ ਸੀਗਾ ਕਿ ਇਹ ਮੈਗਜ਼ੀਨ ਤਾਂ 5-6 ਮਹੀਨੇ ਚੱਲਦਾ ਹੁੰਦਾ, ਸਾਲ ਵੱਧ ਤੋਂ ਵੱਧ ਚੱਲੇਗਾ, ਕਿੱਥੋਂ ਬੰਦ ਹੋ ਜਾਏਗਾ। ਤੇ ਖੈਰ ਐਨੀਵੇਜ਼ ਉਹ ਹੁੰਦਾ ਹੀ ਹੈ, ਉਹਨਾਂ ਦੀਆਂ ਮੁਸ਼ਕਲਾਂ ਆਉਂਦੀਆਂ ਵੀ ਜਦੋਂ ਨਵਾਂ, ਕਿਉਂਕਿ ਪ੍ਰਿੰਟ ਮੀਡੀਆ ਦਾ ਜਿਹੜਾ ਕੰਮ ਹੈ ਜਾਂ ਪ੍ਰਿੰਟ ਪਬਲੀਕੇਸ਼ਨ ਬਹੁਤ ਔਖਾ ਕੰਮ ਹੈ। ਅੱਜ ਦਾ ਟਾਈਮ ਹੋਰ ਚੇਂਜ ਹੋ ਗਿਆ ਕਿ ਹੁਣ ਸੋਸ਼ਲ ਮੀਡੀਆ ਕਰਕੇ ਲੋਕੀ ਇਲੈਕਟ੍ਰੋਨਿਕ ਸੀ ਜਾਂ ਸੋਸ਼ਲ ਮੀਡੀਆ ਤੇ YouTube ਉਸ ਦੇ ਕਰਕੇ ਪ੍ਰਿੰਟ ਮੀਡੀਆ ਤੋਂ ਥੋੜ੍ਹੇ ਪਿੱਛੇ ਵੀ ਹਟ ਗਏ ਨੇ। ਪਰ ਇਹਨਾਂ ਨੂੰ ਇੱਕ ਇਸ ਟਾਈਮ ਦੇ ਵਿੱਚ ਪ੍ਰਿੰਟ ਮੀਡੀਆ ਦੀ ਪਬਲੀਕੇਸ਼ਨ ਬਰਕਰਾਰ ਰੱਖਣਾ ਇੱਕ ਵਾਕਈ ਕਿ ਟਫ ਜੋਬ ਹੈ, ਕਿਉਂਕਿ ਇਹਦੇ ਵਿੱਚ ਤੁਹਾਨੂੰ ਐਡਵਰਟਾਈਜ਼ਮੈਂਟ ਵੀ ਚਾਹੀਦੀ ਹੈ, ਮਟੀਰੀਅਲ ਵੀ ਚਾਹੀਦਾ ਹੈ, ਤੇ ਤੁਹਾਡੇ ਜਿਹੜੇ ਰਾਈਟਅਪ ਹੈ ਐਕਸਕਲੂਸਿਵ ਵੀ ਹੋਣੇ ਚਾਹੀਦੇ ਆ, ਫਿਰ ਵੀ ਲੋਕਾਂ ਦਾ ਇੰਟਰਸਟ ਬਣੇਗਾ। ਤੇ ਆਲਮੋਸਟ ਮੈਨੂੰ ਲੱਗਦਾ ਕਿ ਮੈਂ ਆਪਣਾ ਜਿਹੜਾ ਮੈਟਰ ਨੂੰ ਲੈ ਕੇ ਕਦੀ ਕੋਈ ਕੰਪਰੋਮਾਈਜ਼ ਨਹੀਂ ਕੀਤਾ। ਤੇ ਇਸੇ ਲਈ ਕਿ 10 ਸਾਲ ਤੋਂ ਬੜੀ ਵੱਡੀ ਸਪੋਰਟ ਹੈ ਇੰਡਸਟਰੀ ਦੇ, ਲੋਕੀ ਵੀ ਮੈਨੂੰ ਸਪੋਰਟ ਕਰਦੇ ਨੇ, ਤੇ ਇਸ ਕਰਕੇ ਸਿਲਸਿਲਾ ਚੱਲਦਾ ਪਿਆ। ਸਰ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਮੈਗਜ਼ੀਨ ਨੂੰ ਇੰਨਾ ਮਤਲਬ ਇੰਨੇ ਸਾਲਾਂ ਤੋਂ ਚਲਾ ਰਹੇ ਹੋ। ਔਰ ਸਰ ਤੁਸੀਂ ਪਹਿਲੇ ਵੀ ਬੜੇ ਬੱਚਿਆਂ ਨੂੰ, ਜਿਵੇਂ ਤੁਸੀਂ ਦੱਸਿਆ ਕਿ ਬਹੁਤ ਬੱਚਿਆਂ ਨੂੰ ਤੁਸੀਂ ਕੰਮ ਸਿਖਾਇਆ ਹੈ, ਐਕਟਿੰਗ ਸਿਖਾਈ ਹੈ, ਤੇ ਅੱਜ ਬੱਚੇ ਅੱਗੇ ਜਾ ਕੇ ਕੰਮ ਕਰ ਰਹੇ ਨੇ, ਆਪਣੇ ਕਿਸੇ ਮੁਕਾਮ ਤੇ ਨੇ। ਸਰ ਤੁਹਾਨੂੰ ਲੱਗਦਾ ਕਿ ਉਸ ਟਾਈਮ ਦਾ ਜਿਹੜਾ ਮੈਂਟੈਲਿਟੀ ਸੀ ਬੱਚਿਆਂ ਦੀ, ਤੇ ਅੱਜ ਟਾਈਮ ਦਾ ਜਿਹੜਾ ਮਤਲਬ ਹੁਣ ਜਿਹੜੇ ਲੋਕ ਇੰਡਸਟਰੀ 'ਚ ਕਦਮ ਰੱਖ ਰਹੇ ਨੇ ਜਾਂ ਅੱਗੇ ਆਉਣ ਦੀ ਕੋਸ਼ਿਸ਼ ਕਰ ਰਹੇ, ਇੰਡਸਟਰੀ ਦਾ ਹਿੱਸਾ ਬਣਨ ਦੀ ਕੋਸ਼ਿਸ਼ ਕਰ ਰਹੇ, ਕੁਝ ਡਿਫਰੈਂਸ ਤੁਹਾਨੂੰ ਲੱਗਦਾ ਹੈ ਇਹਦੇ 'ਚ? ਦੇਖੋ ਜੀ, ਜਿੱਥੋਂ ਤੱਕ ਡਿਫਰੈਂਸ ਦਾ ਸਵਾਲ ਆ, ਹੁਣ ਮੈਨੂੰ ਲੱਗਾ ਕਿ ਜਿਵੇਂ ਅਸੀਂ ਗੱਲ ਕਰ ਰਹੇ ਸੀਗਾ ਕਿ ਪ੍ਰਿੰਟ ਪਬਲੀਕੇਸ਼ਨ ਤੋਂ ਅੱਜ ਕੱਲ੍ਹ ਲੋਕਾਂ ਨੂੰ ਮੋਬਾਈਲ 'ਤੇ ਸਭ ਕੁਝ ਅਵੇਲੇਬਲ ਹੈ। ਫਾਸਟ ਸਪੀਡ ਜਿਹੜੀ ਲਾਈਫ ਹੋ ਗਈ ਹੈ, ਫਾਸਟ ਟਰੈਕ 'ਤੇ ਚੱਲਦੇ ਪਏ। ਤੇ ਜਿਸ ਟਾਈਮ 'ਤੇ ਅਸੀਂ ਆਪਣਾ ਇੰਸਟੀਚਿਊਟ ਚਲਾਇਆ ਤਾਂ ਬੱਚਿਆਂ ਨੂੰ ਜਿੱਦਾਂ ਸਿਖਾਇਆ ਜਾਂਦਾ ਸੀ, ਜਿਹੜੇ ਸਾਡੇ ਟ੍ਰੇਨਡ ਟੀਚਰ ਬਾਹਰੋਂ ਆਉਂਦੇ ਸੀ, ਜ਼ਿਆਦਾ ਤੌਰ 'ਤੇ NSD ਨਾਲ ਰਿਲੇਟਡ ਹੁੰਦੇ ਸੀ, ਤੇ ਉਹ ਜਿਸ ਤਰ੍ਹਾਂ ਇੱਕ ਬੱਚਿਆਂ ਨੂੰ ਸਿਖਾਉਂਦੇ ਕਿ ਜਿੱਦਾਂ ਦੀਆਂ ਕਲਾਸਿਸ ਸੀਆਂ, ਆਈ ਥਿੰਕ ਉਹ ਚੀਜ਼ ਮੈਨੂੰ ਕਿਤੇ ਨਜ਼ਰ ਨਹੀਂ ਆਉਂਦੀ। ਉਹ ਤਾਂ ਜਿਹੜੇ ਅੱਜ ਕੱਲ੍ਹ ਦਾ ਬੱਚੇ ਨੇ ਜ਼ਿਆਦਾ ਤੌਰ 'ਤੇ ਨਾ ਬਿਨਾਂ ਸਿੱਖੇ ਜਾਂ ਇਹ ਚਾਹੁੰਦੇ ਕਿ ਛੇਤੀ ਨਾਲ ਛਲਾਂਗ ਮਾਰ ਕੇ ਤੇ ਅੱਗੇ ਵੱਧ ਜਾਈਏ, ਬਸ ਸਿੱਧਾ ਸਾਨੂੰ ਫਿਲਮਾਂ ਦੇ ਵਿੱਚ ਕੰਮ ਮਿਲੇ। ਤੇ ਸਾਨੂੰ ਜ਼ਰੂਰੀ ਹੈ ਕਿ ਚਲੋ ਜਿੱਥੇ ਤੁਹਾਨੂੰ ਕੁਛ ਗੋਡ ਗਿਫਟਡ ਟੈਲੈਂਟ ਹੁੰਦਾ, ਕੁਛ ਗੋਡ ਗਿਫਟਡ ਤੁਹਾਡੀ ਲੱਕ ਵੀ ਕੰਮ ਕਰਦੀ ਹੈ, ਤੁਹਾਨੂੰ ਕਈ ਜਗ੍ਹਾ ਛੇਤੀ ਚਾਂਸ ਮਿਲ ਵੀ ਜਾਂਦਾ। ਪਰ ਇਹ ਸਾਡੀ ਇੰਡਸਟਰੀ ਜਾਂ ਐਕਟਿੰਗ ਇੱਕ ਅਜਿਹੀ ਚੀਜ਼ ਹੈ ਜਿਹਦੇ ਵਿੱਚ ਤੁਸੀਂ ਆਪਣੀ ਵਾਕਫੀਅਤ ਨਾਲ, ਸਿਫਾਰਿਸ਼ ਨਾਲ ਕਿਸੇ ਪਲੇਟਫਾਰਮ 'ਤੇ ਚੜ੍ਹਦੇ ਜਾਓਗੇ, ਪਰ ਪਰਫਾਰਮ ਉੱਥੇ ਤੁਸੀਂ ਕਰਨਾ, ਉਹਦੇ ਵਾਸਤੇ ਤੁਹਾਨੂੰ ਸਿੱਖਿਆ ਲੈਣੀ ਬਹੁਤ ਜ਼ਰੂਰੀ ਹੈ, ਕਿਉਂਕਿ ਬਹੁਤ ਬਰੀਕੀ ਦਾ ਮੈਟਰ ਹੈ ਜਿਹੜਾ ਐਕਟਿੰਗ ਇਹਨੂੰ, ਇਟਸ ਨੋਟ ਈਜ਼ੀ ਜ਼ੋ। ਤੇ ਇੱਕ ਅਜਿਹਾ ਇਹ ਸਬਜੈਕਟ ਹੈ ਜਿਹੜਾ ਐਂਡਲੈਸ ਹੈ। ਜੇ ਤੁਸੀਂ ਆਪਣੀ ਲਾਈਫ ਸਾਰੀ ਵੀ ਬਤਾ ਲਓ ਤਾਂ ਐਕਟਿੰਗ ਤੁਸੀਂ ਫੇਰ ਵੀ ਨਹੀਂ ਸਿੱਖ ਸਕਦੇ। ਉਹਦਾ ਵੱਡਾ ਕਾਰਨ ਹੈ ਕਿ ਜੇ ਸਪੋਜ਼ ਕਰੋ ਅਸੀਂ ਅੰਮ੍ਰਿਤਸਰ 'ਚ ਬੈਠੇ ਹਾਂ ਜਾਂ ਇੰਡੀਆ 'ਚ ਬੈਠੇ ਹਾਂ, ਸਾਡੀ 125 ਕਰੋੜ ਦੀ ਆਬਾਦੀ ਹੈ,
ਹਾਂਜੀ ਤੇ ਸਾਡੇ ਕੋਲ 125 ਕਰੋੜ ਕਰੈਕਟਰ ਹੈ ਕਰਨ ਵਾਸਤੇ। ਹਾਂਜੀ How ਬਿਲਕੁਲ is it possible? ਅੱਜ ਮੈਂ ਚਾਹਾਂ ਕਿ ਮੈਂ ਤੁਹਾਡੀ ਐਕਟਿੰਗ ਕਰਨੀ ਹੈ ਹੋਸਟ ਬਣ ਕੇ ਤੁਹਾਡੇ ਕੋਲ ਬੈਠਾ, ਤੇ ਮੈਨੂੰ ਇਹਦੇ ਵਾਸਤੇ ਵੀ ਇਸ ਕੁਰਸੀ ਤੇ ਬਹਿ ਕੇ ਤਜਰਬਾ ਹਾਸਲ ਕਰਨਾ ਪਏਗਾ, ਬੇਸ਼ੱਕ ਮੈਂ ਜਿੱਡਾ ਮਰਜ਼ੀ ਵੱਡਾ ਐਕਟਰ ਹਾਂ। ਨਹੀਂ ਸਰ ਤੁਹਾਡੇ ਵਾਸਤੇ ਈਜ਼ੀ ਹੋਏਗਾ। ਨੋਟ ਇਹ ਸਾਨੂੰ ਲੱਗਦਾ ਈਜ਼ੀ ਹੈ, ਇਹ ਸਾਨੂੰ ਈਜ਼ੀ ਲੱਗਦਾ ਵਾ, ਪਰ ਹਰ ਜੋਬ ਹਰ ਕਰੈਕਟਰ ਆਪਣੇ ਆਪ ਦੇ ਵਿੱਚ ਇੱਕ ਕਰੈਕਟਰ ਹੈ। ਅੱਜ ਤੁਸੀਂ ਦੇਖੋ ਪਾ ਫਿਲਮ ਦੇਖੋ ਅਮਿਤਾਭ ਬੱਚਨ ਸਾਹਿਬ ਦੀ, ਇਹੋ ਜਿਹੇ ਕਰੈਕਟਰ ਵਾਸਤੇ ਉਹਨਾਂ ਨੂੰ ਨਵੇਂ ਸਿਰੋਂ ABC ਸਿੱਖਣੀ ਪੈਂਦੀ, ਬੇਸਿਕ ਚੀਜ਼ਾਂ ਤਾਂ ਪਤਾ ਹੁੰਦੀਆਂ, ਪਰ ਕਿਸੇ ਕਰੈਕਟਰ ਨੂੰ ਅਡਾਪਟ ਕਰਨਾ, ਉਹਦੇ ਵਿੱਚ ਵੜਨਾ, ਉਹਦੇ ਵਾਸਤੇ ਤੁਹਾਨੂੰ ਆਪਣੇ ਆਪ ਨੂੰ ਢਾਲਣਾ ਪਏਗਾ। ਇਸ ਕਰਕੇ ਇਹ ਤਾਂ ਬੇਸ਼ੱਕ ਤੁਸੀਂ 80 ਸਾਲ ਤੱਕ 90 ਸਾਲ ਦਾ ਵੀ ਕੰਮ ਕਰੋ, 90 ਸਾਲ ਵਾਸਤੇ ਵੀ ਇੱਕ ਨਵਾਂ ਕਰੈਕਟਰ ਮਿਲੇਗਾ ਤੁਹਾਨੂੰ, ਉਹਦਾ ਵੀ ਐਕਸਪੀਰੀਅੰਸ ਗੇਨ ਕਰਨਾ ਪਏਗਾ ਕਿ ਕਿੱਦਾਂ ਸਿੱਖਿਆ ਲੈਣੀ ਪਏਗੀ ਹਰ ਇਹਦੀ ਚੀਜ਼ ਬੋਡੀ ਲੈਂਗੁਏਜ ਕਿੱਦਾਂ ਦੀ ਹੈ, ਚੱਲਦਾ ਕਿੱਦਾਂ ਹੈ, ਬਜ਼ੁਰਗ ਹੈ 90 ਸਾਲ ਦਾ, ਤੋਰ ਕਿਸ ਤਰ੍ਹਾਂ ਦੀ ਹੈ, ਦੇਖਦਾ ਹੈ, ਚਸ਼ਮਾ ਲਾ ਕੇ ਵੇਖਦਾ, ਤੇ ਆਈਜ਼ ਦਾ ਐਕਸਪ੍ਰੈਸ਼ਨਸ ਕੀ ਹੈ, ਬਹੁਤ ਕੁਝ ਹੈਗਾ ਇਹਦੇ ਵਿੱਚ। ਬਹੁਤ ਕੁਝ ਤੇ ਅੱਜ ਕੱਲ੍ਹ ਤੇ ਚਲੋ ਅਸੀਂ ਤਾਂ ਫਿਰ ਵੀ ਬੱਚਿਆਂ ਨੂੰ ਇਹੋ ਕਹਾਂਗੇ ਕਿ ਬੇਸ਼ੱਕ ਠੀਕ ਹੈ ਹਰ ਕੰਮ ਦੀ ਸਪੀਡ ਜ਼ਿਆਦਾ, ਤੁਸੀਂ ਸਪੀਡ ਨਾਲ ਅੱਗੇ ਵਧਣਾ ਚਾਹੁੰਦੇ ਹੋ, ਪਰ ਫਿਰ ਵੀ ਟ੍ਰੇਨਿੰਗ ਬਹੁਤ ਜ਼ਰੂਰੀ ਹੈ। ਟ੍ਰੇਨਿੰਗ ਬਹੁਤ ਜ਼ਰੂਰੀ ਹੈ। ਸਰ ਪੰਜਾਬੀ ਸਕਰੀਨ ਮੈਗਜ਼ੀਨ ਜਦੋਂ ਤੁਸੀਂ ਸਟਾਰਟ ਕੀਤੀ ਤੇ ਉਸ ਤੋਂ ਬਾਅਦ ਜਿਵੇਂ ਤੁਸੀਂ ਕ੍ਰਿਟਿਕਸ ਲਿਖਦੇ ਹੋ, ਮਤਲਬ ਕ੍ਰਿਟਿਕਸ 'ਚ ਤੁਸੀਂ ਕੰਮ ਕਰਦੇ ਹੋ, ਤੁਹਾਨੂੰ ਐਂਡ ਕ੍ਰਿਟਿਸਿਜ਼ਮ ਮਿਲਿਆ ਜਦੋਂ ਤੁਸੀਂ ਮੈਗਜ਼ੀਨ ਸਟਾਰਟ ਕੀਤੀ? ਨਹੀਂ ਦੇਖੋ, ਮੈਂ ਤੁਹਾਨੂੰ ਦੱਸਿਆ ਕਿ ਕ੍ਰਿਟਿਸਿਜ਼ਮ ਤਾਂ ਮਿਲਿਆ ਮੈਨੂੰ, ਕਿ ਆਮ ਤੌਰ ਤੇ ਸੁਣਨ ਨੂੰ ਮਿਲਦਾ ਸੀ ਯਾਰਾਂ ਦੋਸਤਾਂ ਕੋਲ, ਦੂਜਿਆਂ ਕੋਲੋਂ ਕੀ ਹੈ 6 ਮਹੀਨੇ ਸਾਲ ਚੱਲਣਾ, ਜਦੋਂ ਆਇਸਾ ਦਾ 1 ਸਾਲ 2 ਸਾਲ 3 ਸਾਲ ਬੀਤੇ, ਲੋਕਾਂ ਦੇ ਆਪੇ ਜਵਾਨ ਬੰਦ ਹੁੰਦੀ ਗਈ, ਇਹੋ ਹੀ ਹੈ ਕ੍ਰਿਟਿਸਿਜ਼ਮ ਹੁੰਦਾ। ਸਰ ਕਿੰਜ ਮਤਲਬ ਉਹਦਾ ਕੋਈ ਇਹੋ ਜਿਹਾ ਐਕਸਪੀਰੀਅੰਸ, ਕੋਈ ਇਹੋ ਜਿਹੀ ਗੱਲ ਜਿਹੜੀ ਤੁਹਾਨੂੰ ਹਲੇ ਤੱਕ ਯਾਦ ਹੋਏ ਕਿ ਇੰਜ ਮੇਰੇ ਨਾਲ ਇੰਜ ਹੋਇਆ ਸੀ, ਪਰ ਮੈਂ ਉਸ ਚੀਜ਼ ਨੂੰ ਓਵਰਕਮ ਕੀਤਾ, ਪਰ ਮੈਂ ਆਪਣਾ ਜਿਹੜਾ ਮੇਰਾ ਰਸਤਾ ਫੜਿਆ ਸੀ ਮੈਂ ਛੱਡਿਆ ਨਹੀਂ? ਦੇਖੋ ਉਹਦੇ ਵਿੱਚ ਚਲੋ ਜੇ ਕਹੀਏ ਕਿ ਮੈਨੂੰ ਕਿਸੇ ਨੇ ਕ੍ਰਿਟਿਸਾਈਜ਼ ਕੀਤਾ, ਉਹ ਤਾਂ ਕੋਈ ਐਡਾ ਵੱਡਾ ਮਸਲਾ ਨਹੀਂ, ਉਹ ਸਟਾਰਟਿੰਗ ਦੇ ਹਰ ਕੰਮ 'ਚ ਗੱਲਾਂ ਹੁੰਦੀਆਂ ਨੇ ਜਦੋਂ ਤੁਸੀਂ ਕੋਈ ਕੰਮ ਸ਼ੁਰੂ ਕਰੋਗੇ, ਬਟ ਇਹ ਹੈ ਕਿ ਫਿਰ ਵੀ ਇਹ ਕੁਝ ਇੰਟਰਨਲ ਮੈਟਰ ਹੈ ਕਿ ਇਹਨੂੰ ਪ੍ਰਿੰਟ ਪਬਲੀਕੇਸ਼ਨ ਨੂੰ 10 ਸਾਲ ਕੰਟੀਨਿਊਸ ਲਈ ਅੱਗੇ ਲੈ ਕੇ ਜਾਣਾ, ਇਹਨੂੰ ਕੰਟੀਨਿਊ ਰੱਖਣਾ, ਉਹਦੇ ਵਿੱਚ ਬੜੀਆਂ ਮੁਸ਼ਕਲਾਂ ਜਿਹੜੀਆਂ ਨਿੱਕੀਆਂ ਆਉਂਦੀਆਂ ਨੇ, ਉਹ 'ਚ ਤੁਹਾਨੂੰ ਫਾਈਨੈਂਸ਼ੀਅਲ ਪ੍ਰੋਬਲਮ ਵੀ ਆਉਂਦੀ ਹੈ, ਜਦੋਂ ਤੁਹਾਡਾ 1.5 ਲੱਖ ਰੁਪਏ ਦਾ ਖਰਚਾ ਹੈ, ਆਫਿਸ ਦਾ ਖਰਚਾ ਹੈ, ਮੈਗਜ਼ੀਨ ਪ੍ਰਿੰਟਿੰਗ ਦਾ ਸਟਾਰਟਿੰਗ ਪੀਰੀਅਡ ਗੱਲ ਕਰ ਰਿਹਾ, ਤੇ ਤੁਹਾਨੂੰ ਇੱਕ ਵੀ ਐਡ ਨਹੀਂ ਹੈ, ਤੇ ਫਿਰ ਵੀ ਤੁਸੀਂ ਇਹਨੂੰ ਰਨ ਕਰਨਾ, ਉਸ ਟਾਈਮ ਤੇ ਜਦੋਂ ਪੈਸੇ ਜੇਬ 'ਚੋਂ ਜਾਂਦੇ ਪਿੱਛੇ ਹੁੰਦਾ ਹੈ, ਉਹਦੇ ਵਾਸਤੇ ਫਿਰ ਤੁਹਾਨੂੰ ਪੇਸ਼ੈਂਸ ਜਿਹੜੀ ਰੱਖਣੀ ਪੈਂਦੀ ਹੈ, ਪੇਸ਼ੈਂਸ ਰੱਖਣੀ ਪੈਂਦੀ ਹੈ, ਤੁਹਾਨੂੰ ਐਫਰਟਸ ਲਗਾਉਣੇ ਪੈਂਦੇ, ਕੋਸ਼ਿਸ਼ ਕਰਨੀ ਪੈਂਦੀ ਕਿ ਕਿਸੇ ਤਰੀਕੇ ਦੀ ਕੰਟੀਨਿਊਟੀ ਬਣ ਜਾਵੇ, ਤੇ ਇਸ ਤਰ੍ਹਾਂ ਕਰਦੇ ਟਾਈਮ ਹੁਣ ਆ ਗਿਆ, ਚਲੋ ਪਰਮਾਤਮਾ ਦੀ ਕਿਰਪਾ ਨਾਲ ਸਾਰੇ ਪਾਸੇ ਪਹਿਚਾਣ ਵੀ ਹੈ, ਤਾਂ ਬਤੌਰ ਕ੍ਰਿਟਿਕ ਗਾਲਾਂ ਵੀ ਬਹੁਤ ਖਾਈ ਦੀਆਂ। ਸਰ ਉਹ ਤੇ ਹਰ ਕੰਮ 'ਚ ਹੀ ਗਾਲਾਂ ਪੈਂਦੀਆਂ। ਇਹ ਸਾਡਾ ਕੋਈ ਜ਼ਿਆਦਾ ਨਹੀਂ ਲੋਕ ਹੁੰਦਾ ਹੀ, ਤੁਸੀਂ ਤੁਹਾਨੂੰ ਇਹਨਾਂ ਦੇ ਹੁਣ ਪਤਾ ਹੀ ਕਿ ਜਦੋਂ ਕੋਈ ਫਿਲਮ ਆਉਂਦੀ ਹੈ ਜਾਂ ਕੋਈ ਤਾਂ ਜਦੋਂ ਉਹਦਾ ਰਿਵਿਊ ਲਿਖਣਾ ਪੈਂਦਾ, ਤੇ ਆਮ ਤੌਰ ਤੇ ਸਾਰੇ ਸੋਚ ਲੈਂਦੇ ਯਾਰ ਕਿ ਜੇ ਗਲਤ ਰਿਵਿਊ ਆ ਗਿਆ, ਜੇ ਮੈਂ ਸਹੀ ਜੇ ਇਹਦੇ ਹੱਕ 'ਚ ਨਾ ਲਿਖਿਆ ਕੱਲ੍ਹ ਨੂੰ ਮੈਨੂੰ ਐਡਵਰਟਾਈਜ਼ਮੈਂਟ ਨਹੀਂ ਦੇਗਾ, ਪਰ ਮੈਂ ਸ਼ੁਰੂ ਤੋਂ ਇਸੇ ਦੀ ਕਦੀ ਫਿਕਰ ਇਸ ਕਰਕੇ ਨਹੀਂ ਕੀਤੀ ਕਿ ਜੇ ਇਹਨੂੰ ਚਲਾਉਣ ਵਾਸਤੇ ਇੱਕ ਸਿਰਫ ਰੱਬ ਦੇ ਯਕੀਨ ਰੱਖਿਆ ਸੀ, ਤਾਂ ਅੱਜ ਤੱਕ ਉੱਦਾਂ ਹੀ ਚੱਲਦਾ, ਪਤਾ ਨਹੀਂ ਅਗਲੇ ਮਹੀਨੇ ਦੇ ਪੈਸੇ ਕਿੱਥੋਂ ਆਏ ਤੇ ਆਈ ਜਾਣਾ। 10 ਸਾਲ ਤੋਂ ਇੱਦਾਂ ਚੱਲ ਰਿਹਾ, ਇੱਕ ਕੀ ਕਹਿੰਦੇ ਨੇ, ਇੱਕ ਮਾਈਕਲ ਤੁਸੀਂ ਕਹਿ ਲਓ ਕਿ ਅੱਜ ਕਿਉਂਕਿ ਮੇਰਾ ਜਿਹੜਾ ਮੈਗਜ਼ੀਨ ਹੈ ਵਿਦਆਊਟ ਗਵਰਨਮੈਂਟ ਐਡਸ ਕੋਈ ਇਹਨੂੰ ਕੋਈ ਹੈਲਪ ਨਹੀਂ ਹੈਗੀ, ਤੇ ਪ੍ਰਾਈਵੇਟਲੀ ਚੱਲ ਰਿਹਾ ਵਾ, ਤੇ ਪ੍ਰਾਈਵੇਟਲੀ ਕੋਈ ਪ੍ਰਿੰਟ ਅਖਬਾਰਾਂ ਨੂੰ ਤਾਂ ਸਰਕਾਰੀ ਐਡਾਂ ਵੀ ਮਿਲ ਜਾਂਦੀਆਂ, ਹੋਰ ਵੀ ਐਡਾਂ ਮਿਲ ਜਾਂਦੀਆਂ, ਕਿਉਂਕਿ ਪਬਲੀਕੇਸ਼ਨ ਵੱਡੀਆਂ ਹੁੰਦੀਆਂ, ਕੋਈ ਐਸਟੈਬਲਿਸ਼ ਹੋ ਗਈਆਂ, ਉਹ ਘਰ ਜਾਣੀ ਹੁੰਦੀ, ਬਹੁਤ ਵੱਡੀ ਉਹਨਾਂ ਦੀ ਸਾਰਾ ਨੈਟਵਰਕ ਹੈ, ਪਰ ਹੁਣ ਤਾਂ ਵੈਸੇ ਵੀ ਜਿਹੜਾ ਥੋੜੀ ਪ੍ਰਿੰਟ ਕਿਤਾਬਾਂ ਤੋਂ ਮੈਗਜ਼ੀਨ ਤੋਂ ਲੋਕੀ ਥੋੜ੍ਹੇ ਦੂਰ ਹੁੰਦੇ ਜਾਂਦੇ। ਸਰ ਇਹ ਤੁਹਾਡਾ ਜਜ਼ਬਾ ਸੀ ਜਿਹੜਾ ਤੁਸੀਂ ਸ਼ੁਰੂਆਤ 'ਚ ਗੱਲ ਕੀਤੀ ਨਾ ਕਿ ਜਜ਼ਬਾ ਰੱਖਣਾ ਚਾਹੀਦਾ ਹੈ, ਇਹ ਤੁਹਾਡਾ ਜਜ਼ਬਾ ਹੈਗਾ ਵੈ ਕਿ ਜਿਹੜਾ ਤੁਸੀਂ ਮੈਗਜ਼ੀਨ ਨੂੰ ਇੰਨੇ ਸਾਲਾਂ ਤੋਂ ਚਲਾਉਂਦੇ ਆ ਰਹੇ ਹੋ, ਔਰ ਆਪਣੀ ਕੋਈ ਵੀ ਗੱਲ, ਕੁਝ ਵੀ ਕਿਸੇ ਵੀ ਪਿਕਚਰ ਦੇ ਬਾਰੇ, ਕੋਈ Song ਰਿਲੀਜ਼ ਹੈ, ਕੋਈ ਪਿਕਚਰ ਰਿਲੀਜ਼ ਹੈ, ਤੇ ਉਹਦੇ ਬਾਰੇ ਤੁਸੀਂ ਲਿਖਦੇ ਹੋ, ਤੇ ਬਿਲਕੁਲ ਹੀ ਫੀਅਰਲੈਸ, ਕੋਈ ਡਰ ਨਹੀਂ ਹੁੰਦਾ, ਔਰ ਬਿਲਕੁਲ ਸੱਚਾਈ ਤੇ ਕੋਈ ਫੇਕ ਵਾਲਾ ਕੰਮ ਕੋਈ ਨਹੀਂ ਹੈਗਾ, ਬਿਲਕੁਲ ਸੱਚਾਈ ਤੇ ਲਿਖਦੇ ਹੋ। ਬਸ ਇਹੋ ਹੀ ਕੋਸ਼ਿਸ਼ ਤਾਂ ਇਹੀ ਸੀ ਕਿ ਸ਼ੁਰੂ ਤੋਂ ਪਹਿਲੇ ਦਿਨ ਤੋਂ ਜਦੋਂ ਮੈਗਜ਼ੀਨ ਸ਼ੁਰੂ ਕੀਤਾ ਤੇ ਇਹੀ ਸੰਕਲਪ ਲੈ ਕੇ ਚੱਲਿਆ ਸੀ, ਜੇ ਪੰਜਾਬੀ ਸਿਨੇਮੇ ਦਾ ਗੱਲ ਆ, ਪੰਜਾਬੀ ਫਿਲਮਾਂ ਦੀ ਗੱਲ ਆ, ਕਿ ਬਤੌਰ ਕ੍ਰਿਟਿਕ ਕੰਮ ਕਰਨਾ, ਤੇ ਉਹਨੂੰ ਇੰਡੀਪੈਂਡੈਂਟ ਰੱਖਾਂਗੇ,
ਤਾਂ ਉਸੇ 'ਚ ਹੀ ਸਭ ਦਾ ਬੈਨੀਫਿਟ ਹੈ। ਲੋਕ ਸਮਝਦੇ ਨਹੀਂ ਕਿਸੇ ਵੇਲੇ ਸੀ ਫਿਲਮ ਦੀ, ਕਿਸੇ ਦੀ ਫਿਲਮ ਜਦੋਂ ਕੋਈ ਰਿਲੀਜ਼ ਹੁੰਦੀ ਹੈ, ਜਦੋਂ ਨੈਚੁਰਲੀ ਉਹਦਾ 8-10 ਕਰੋੜ ਰੁਪਇਆ ਲੱਗਾ ਹੁੰਦਾ, ਕਿਸੇ ਦਾ 5 ਕਰੋੜ, ਕਿਸੇ ਦਾ 4 ਕਰੋੜ, ਤੇ ਉਹਨਾਂ ਨੂੰ ਜਦੋਂ ਪਹਿਲੇ ਦਿਨ ਰਿਲੀਜ਼ ਹੁੰਦੀ ਹੈ, ਪਹਿਲੇ ਦੂਸਰੇ ਦਿਨ, ਪਹਿਲੇ ਨਹੀਂ ਤਾਂ ਦੂਜੇ ਤੇ ਤੀਜੇ ਦਿਨ ਸਾਨੂੰ ਰਿਵਿਊ ਲਿਖਣਾ ਪੈਂਦਾ, ਤੇ ਫਿਲਮ ਮਾੜੀ ਹੋਵੇ ਤਾਂ ਨੈਚੁਰਲੀ ਸਾਨੂੰ, ਅਸੀਂ ਤਾਂ ਬਤੌਰ ਕ੍ਰਿਟਿਕ ਕੰਮ ਕਰਨਾ, ਜੋ ਦੇਖਿਆ ਐਜ਼ ਏ ਆਡੀਅੰਸ ਲਿਖਣਾ, ਪਰ ਅਗਲੇ ਨੂੰ ਪਿੰਚ ਤਾਂ ਹੁੰਦਾ ਹੈ, ਉਹ ਆਪਣੀ ਜਗ੍ਹਾ ਸੱਚਾ ਕਿ ਯਾਰ ਮੈਂ ਤਾਂ 5 ਕਰੋੜ ਲਈ ਹੈ ਤੇ ਮੈਂ 5 ਮਿੰਟਾਂ ਮੇਰੀ ਲਾ ਕੇ ਰੱਖਤੀ ਹੈ, ਠੀਕ ਆ। ਪਰ ਅਲਟੀਮੇਟਲੀ ਜੇ ਉਹ ਦੂਰ ਅੰਦੇਸ਼ੀ ਨਾਲ ਸੋਚਣ ਤਾਂ ਜਿਹੜੇ ਰੈਗੂਲਰ ਪ੍ਰੋਡਿਊਸਰ ਨੇ, ਜਿਹੜੇ ਸਿਨੇਮਾ ਨੂੰ ਸਮਝਦੇ ਨੇ, ਸਿਨੇਮਾ ਕ੍ਰਿਟਿਕ ਦੀ ਵੈਲਿਊ ਸਮਝਦੇ ਨੇ, ਉਹਨਾਂ ਵਾਸਤੇ ਇੱਕ ਸਿੱਖਣ ਵਾਸਤੇ ਹੁੰਦਾ ਹੈ ਕਿ ਅਸੀਂ ਜਿਹੜਾ ਰਿਵਿਊ ਦੇਣਾ ਜੀ ਬਤੌਰ ਆਡੀਅੰਸ ਅਸੀਂ ਬਹਿ ਕੇ ਦੇਖ ਰਹੇ ਹਾਂ, ਫਿਲਮ ਚੈੱਕ ਕਰਨੀ ਹੈ। ਜਦੋਂ ਫਿਲਮ ਬਣਾਉਂਦੇ ਕਿਸੇ ਵੇਲੇ ਨਹੀਂ ਪਤਾ ਲੱਗਦਾ, ਵੱਡੀਆਂ ਗਲਤੀਆਂ ਰਹਿ ਜਾਂਦੀਆਂ, ਹਾਂਜੀ, ਪਰ ਉਹ ਚੀਜ਼ ਤੋਂ ਅਲਟੀਮੇਟਲੀ ਜੇ ਉਹਨਾਂ ਨੇ ਰੈਗੂਲਰ ਕੰਮ ਕਰਨਾ, ਇਸ ਨੂੰ ਬਿਜ਼ਨਸ ਸਮਝ ਕੇ ਕਰਨਾ, ਤਾਂ ਉਹਨਾਂ ਦਾ ਹੀ ਫਾਇਦਾ। ਜੇ ਅਸੀਂ ਕਿਸੇ ਗੱਲ ਕੀਤੀ ਕਿ ਇਹਦੇ ਵਿੱਚ ਦਾ ਸਕਰੀਨ ਪਲੇ ਚੰਗਾ ਨਹੀਂ ਸੀਗਾ, ਇਹ ਫਿਲਮ ਨੂੰ ਜੋੜ ਨਹੀਂ ਸਕਿਆ, ਜਾਂ ਇਹ ਕਹਾਣੀ ਜਿਹੜਾ ਟੌਪਿਕ ਨਹੀਂ ਚੰਗਾ, ਜਾਂ ਸਬਜੈਕਟ ਅੱਛਾ ਨਹੀਂ ਹੈ, ਕਾਮਨ ਹੈ, ਜਾਂ ਕੋਈ ਕਿਸੇ ਐਕਟਰ ਬਾਰੇ ਲਿਖਦੇ ਕਿ ਇਹਨੂੰ ਇਹਦੀ ਡਾਇਰੈਕਸ਼ਨ 'ਚ ਨੁਕਸ ਹੈ, ਜਾਂ ਕੋਈ ਐਕਟਰ ਜਿਹੜਾ ਇਹਨਾਂ ਨੇ ਚੂਜ਼ ਕੀਤਾ ਇਹਨਾਂ ਦੀ ਕਰੈਕਟਰਾਈਜੇਸ਼ਨ ਸਹੀ ਨਹੀਂ ਹੈਗੀ ਸੀ, ਇਹਨਾਂ ਨੇ ਜਿਹੜੇ ਚਿਹਰੇ ਚੂਜ਼ ਕੀਤੇ ਹੈ ਕਨਸੈਪਟ ਦੇ ਮੁਤਾਬਕ ਸੂਟ ਨਹੀਂ ਕਰਦੇ ਸੀ, ਜਾਂ ਇਸ ਤਰ੍ਹਾਂ ਦੀ ਐਕਟਿੰਗ ਨਹੀਂ ਕਰ ਸਕਿਆ। ਅਲਟੀਮੇਟਲੀ ਜੇ ਬਰੀਕੀ ਨਾਲ ਸੋਚੋਗੇ, ਹਰ ਬੰਦਾ ਇੱਕ ਕ੍ਰਿਟਿਕ ਤੋਂ ਫਾਇਦਾ ਲੈ ਸਕਦਾ, ਫਾਇਦਾ ਤੇ ਹੈ, ਕਿਉਂਕਿ ਇੱਕ ਚੀਜ਼ ਤੁਸੀਂ ਦੇਖੋ ਕਿ 100 ਸਾਲ ਦੇ ਸਿਨੇਮੇ ਦਾ ਇਤਿਹਾਸ ਹੈ, ਬਾਲੀਵੁੱਡ ਦੀ ਗੱਲ ਕਰ ਰਿਹਾ, ਸਾਡਾ ਨਾਲ ਸਿਰਫ 2 ਸਾਲ ਦਾ ਫਰਕ ਹੈ, ਅਸੀਂ ਵੀ ਨੇੜੇ ਹੈ, ਪੰਜਾਬੀ ਵਾਲੇ ਵੀ, ਤੇ ਜਿਹੜਾ ਕ੍ਰਿਟਿਕ ਹੈ ਪੈਰਲਲ ਚੱਲਦਾ ਆ ਰਿਹਾ, ਜੇ ਫਿਲਮਾਂ ਬਣੀਆਂ ਤੇ ਫਿਲਮਾਂ ਦੇ ਕ੍ਰਿਟਿਕ ਵੀ ਨਾਲ ਲਿਖਦੇ ਆ ਰਹੇ, ਤੇ ਉਹਦਾ ਬੈਨੀਫਿਟ ਵੱਡਿਆਂ ਨੇ ਚੁੱਕਿਆ। ਜੇ ਕਿਸੇ ਵੱਡੇ ਐਕਟਰ ਨੇ ਗੁੱਸਾ ਕਰ ਲਿਆ ਕਿ ਯਾਰ ਇਸ ਕ੍ਰਿਟਿਕ ਨੇ ਮੇਰੇ ਬਾਰੇ ਲਿਖਦਾ ਕਿ ਇਹਨੂੰ ਐਕਟਿੰਗ ਨਹੀਂ ਆਉਂਦੀ, ਪਰ ਅੰਦਰ ਜਦੋਂ ਇਹ ਇਕੱਲਾ ਹੁੰਦਾ ਉਹ ਸੋਚੇਗਾ ਜ਼ਰੂਰ ਕਿ ਮੇਰੇ 'ਚ ਕਿਹੜੀ ਕਮੀ ਸੀ, ਮੈਂ ਦੂਰ ਕਰਾਂ। ਮੈਨੂੰ ਤਾਂ ਨਹੀਂ ਦੱਸੇਗਾ, ਉਹ ਕ੍ਰਿਟਿਕ ਦੀ ਤਾਂ ਤਾਰੀਫ ਨਹੀਂ ਕਰੇਗਾ, ਪਰ ਉਹ ਆਪਣੇ ਤੇ ਕੰਮ ਜ਼ਰੂਰ ਕਰੇਗਾ। ਇੱਕ ਡਾਇਰੈਕਟਰ ਹੈ, ਜੇ ਡਾਇਰੈਕਟਰ ਨੂੰ ਲੱਗੇਗਾ ਕਿ ਮੇਰੀ ਡਾਇਰੈਕਸ਼ਨ 'ਚ ਇਹ ਗਲਤੀਆਂ ਰਹਿ ਗਈਆਂ ਤੇ ਇੱਕ ਕ੍ਰਿਟਿਕ ਨੇ ਨੋਟ ਕੀਤੀਆਂ, ਤਾਂ ਫਿਰ ਉਹਨੂੰ ਦੁਬਾਰਾ ਦੇਖੇਗੀ ਯਾਰ ਸੱਚਮੁੱਚ ਇਹ ਗਲਤੀ, ਜੇ ਉਹ ਸੱਚਮੁੱਚ ਸਮਝੇਗਾ ਤੇ ਅੱਗੋਂ ਸੁਧਾਰ ਕਰੇਗਾ। ਇਸ ਕਰਕੇ ਮੈਂ ਸਮਝਦਾ ਕਿ ਇਹ ਆਪੋ ਆਪਣੀ ਜੋਬ ਹੈ। ਹੁਣ ਆਪਾਂ ਠੀਕ ਹੈ, ਉਹਨਾਂ ਨੇ 5 ਕਰੋੜ ਦੀ ਫਿਲਮ ਬਣਾਈ, ਪਰ ਇੱਕ ਕ੍ਰਿਟਿਕ ਦਾ ਤਾਂ ਕੰਮ ਹੈ ਨਾ, ਤੇ ਇਹਨੂੰ ਐਕਸੈਪਟ ਕਰਨ 'ਚ ਹੀ ਸਾਰਿਆਂ ਦੀ ਭਲਾਈ ਹੈ। ਬਿਲਕੁਲ ਪਰ ਹਾਂ, ਬੇਸ਼ਰਤ ਹੈ ਕਿ ਜਿਹੜਾ ਕ੍ਰਿਟਿਕ ਹੈ ਉਹ ਪਾਰਸ਼ੈਲਿਟੀ ਨਾ ਕਰੇ, ਜਾਣਬੁੱਝ ਕੇ ਨਾ ਕਿ ਮਾੜੀ ਫਿਲਮ ਨੂੰ ਪੈਸੇ ਲੈ ਕੇ ਚੰਗੀ ਨਾ ਕਰ ਦੇ, ਤੇ ਪੈਸੇ ਨਾ ਮਿਲਣ ਦੇ ਡਰ ਤੋਂ ਉਹ ਕੁਝ ਉਲਟਾ ਨਾ ਕਰੇ। ਅਦਰਵਾਈਜ਼ ਜਿਹੜਾ ਸਾਡੀ ਜੋ ਪਰਮਾਤਮਾ ਦੀ ਕਿਰਪਾ ਕਿ ਫੇਅਰਲੈਸ ਜੋਬ ਰੱਖੀ ਹੈ, ਤੁਹਾਨੂੰ ਪਤਾ ਹੀ ਹੈ, ਤਾਂ ਅੱਗੋਂ ਵੀ ਰੱਬ ਆਸਰੇ ਚੱਲਦੇ ਪਏ ਕਿ ਜੇ ਉਹਨੇ ਇਹਨੂੰ ਚਲਾਉਣਾ ਤੇ ਉਹਨੇ ਰਸਤੇ ਵੀ ਸਰ ਜ਼ਰੂਰ ਚੱਲੇਗੀ, ਜਜ਼ਬਾ ਕਾਇਮ ਹੈ ਤੇ ਕਿਉਂ ਨਹੀਂ ਚੱਲੇਗੀ। ਇੰਨੇ ਸਾਲਾਂ ਤੋਂ ਤੁਸੀਂ ਇੰਨੀ ਮਿਹਨਤ ਕੀਤੀ ਹੈ, ਤੁਸੀਂ ਚਲਾ ਰਹੇ ਹੋ ਤੇ ਅੱਗੇ ਵੀ ਚੱਲੇਗੀ। ਸਰ ਮੇਰਾ ਨੈਕਸਟ ਕੁਐਸਚਨ ਸੀ ਕਿ ਅੱਜ ਕੱਲ੍ਹ ਜਿਵੇਂ ਨਾ ਜੇ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ, ਬੱਚੇ ਹੈ, ਉਹ ਜਿਵੇਂ ਤੁਸੀਂ ਕਿਹਾ ਕਿ ਫੋਨ ਤੇ YouTube ਔਰ ਵੀਡੀਓ ਕਰ ਲੈਣੀ ਹੈ, ਰੀਡਿੰਗ ਤੇ ਨਹੀਂ ਹੈਗੇ, ਖਾਸ ਕਰ ਲੈਂਗੁਏਜ ਤੇ ਨਹੀਂ। ਮੇਰੀ ਵੀ ਲੈਂਗੁਏਜ ਥੋੜੀ ਸੌਰੀ ਖਰਾਬ ਹੈ, ਮੈਂ ਹਿੰਦੀ ਪੰਜਾਬੀ ਮਿਕਸ ਕਰ ਰਹੀ ਹਾਂ, ਤੇ ਉਹੀ ਮੈਂ ਕਹਿਣਾ ਚਾਹ ਰਹੀ ਸੀ ਕਿ ਇਹਦੇ 'ਚ ਤੁਸੀਂ ਟੋਟਲੀ ਪੰਜਾਬੀ ਲੈਂਗੁਏਜ ਤੇ ਹੀ ਹੈ, ਪੰਜਾਬੀ ਸਕਰੀਨ ਹੈ ਤਾਂ ਓਬਵੀਅਸਲੀ ਪੰਜਾਬੀ ਲੈਂਗੁਏਜ ਹੈ, ਔਰ ਲੋਕਾਂ ਦੀ ਰੀਡਿੰਗ ਦੀ ਹੈਬਿਟ ਵੀ ਛੁੱਟ ਗਈ ਹੈ। ਤਾਂ ਸਰ ਤੁਸੀਂ ਇਹਨੂੰ ਕਿੰਝ ਕਾਇਮ ਕੀਤਾ ਕਿ ਨਹੀਂ ਮੈਂ ਪੰਜਾਬੀ ਲੈਂਗੁਏਜ 'ਚ ਹੀ ਕਰਾਂਗਾ ਔਰ ਪੰਜਾਬੀ ਤੇ ਹੀ ਕਰਾਂਗਾ, ਪੰਜਾਬ 'ਚ ਤੇ ਪੰਜਾਬੀ ਤੇ ਹੀ ਕਰਾਂਗਾ? ਦੇਖੋ ਇਹ ਤਾਂ ਇੱਕ ਬਟ ਨੈਚੁਰਲ ਹੈ ਕਿ ਜੇ ਪੰਜਾਬੀ ਸਕਰੀਨ ਮੈਗਜ਼ੀਨ, ਕਿਉਂਕਿ ਇਹਦੀ ਜਿਹੜੀ ਮੇਰੀ ਅਪਲੋਡ ਵੀ ਪੰਜਾਬੀ ਲੈਂਗੁਏਜ ਸੀ, ਪਹਿਲਾਂ ਤਾਂ ਇਹਨੂੰ ਆਪਣਾ ਜਿਹੜਾ ਤੁਸੀਂ ਲੀਗਲੀ ਕੰਮ ਕਰਨਾ ਤਾਂ ਜਿਹੜਾ ਮੈਗਜ਼ੀਨ ਹੈ ਜਾਂ ਅਖਬਾਰ, ਤੁਸੀਂ ਜਿਹੜੀ ਵੀ ਲੈਂਗੁਏਜ ਕਰਨੀ ਇਹਨੂੰ RNI ਜਿਹੜੀ ਰਜਿਸਟਰ ਆਫ ਨਿਊਜ਼ਪੇਪਰ ਆਫ ਇੰਡੀਆ ਦੀ ਰਜਿਸਟ੍ਰੇਸ਼ਨ ਹੁੰਦੀ ਹੈ, ਉਹਦੇ ਵਾਸਤੇ ਲੈਂਗੁਏਜ ਲਿਖਣੀ ਪੈਂਦੀ, ਤੇ ਜਿਹੜੀ ਲੈਂਗੁਏਜ ਤੁਸੀਂ ਅਪਰੂਵਲ ਲਈ ਉਸੇ ਲੈਂਗੁਏਜ ਤੁਸੀਂ ਕਰੋਗੇ। ਤੇ ਕਿਉਂਕਿ ਸਾਡਾ ਪੰਜਾਬੀ, ਕਿਉਂਕਿ ਮੈਗਜ਼ੀਨ ਪੰਜਾਬੀ ਸਿਨੇਮੇ ਵਾਸਤੇ ਸ਼ੁਰੂ ਕੀਤਾ ਗਿਆ, ਤੇ ਫਿਲਮਾਂ ਪੰਜਾਬੀ ਦੇ ਤੇ ਅੰਡਰਸਟੂਡ ਹੈ ਕਿ ਮੈਗਜ਼ੀਨ ਵੀ ਇਹ ਲੈਂਗੁਏਜ ਪੰਜਾਬੀ। ਸਰ ਅੱਜ ਕੱਲ੍ਹ ਦੇ ਬੱਚੇ ਪੰਜਾਬੀ ਉਹ ਲੈਂਗੁਏਜ ਭੁੱਲਦੇ ਜਾ ਰਹੇ ਨੇ ਨਾ, ਪੰਜਾਬੀ ਲੈਂਗੁਏਜ ਨੂੰ ਐਜ਼ ਅ ਮਤਲਬ ਸਮਝੋ ਬੋਲਣ 'ਚ ਵੀ ਨਹੀਂ ਅਡਾਪਟ ਕਰਦੇ। ਦੇਖੋ ਉਹ ਤਾਂ ਦੇਖੋ ਇਹ ਜਿਹੜੀਆਂ ਚੀਜ਼ਾਂ ਨੇ ਵੀ ਇੱਕ ਲੰਬਾ ਟੌਪਿਕ ਹੈ, ਇਹ ਤੁਹਾਡਾ ਡਿਪੈਂਡ ਕਰਦਾ ਹੈ ਕਿ ਤੁਹਾਡਾ ਜਿਹੜਾ ਫੈਮਿਲੀ ਮਾਹੌਲ, ਫੈਮਿਲੀ ਬੈਕਗਰਾਉਂਡ, ਕਿ ਤੁਸੀਂ ਆਪਣੀ ਲੈਂਗੁਏਜ ਨੂੰ ਪ੍ਰੈਫਰ ਜਿਹੜਾ ਕਰਦੇ ਹੋ, ਉਹਦੇ ਪਿੱਛੇ ਤੁਹਾਡੇ ਫੈਮਿਲੀ ਦਾ, ਤੁਹਾਡੇ ਪੇਰੈਂਟਸ ਦਾ ਤੁਹਾਡਾ ਕਿੰਨਾ ਹੱਥ ਹੈ। ਕਿ ਕਿਉਂਕਿ ਇਹ ਚੀਜ਼ ਤਾਂ ਮੰਨ ਕੇ ਚੱਲੋ ਕਿ ਜਿਹੜੀ ਮਦਰ ਟੰਗ ਹੈ, ਈਜ਼ੀਐਸਟ ਲੈਂਗੁਏਜ ਹੁੰਦੀ ਹੈ, ਠੀਕ ਹੈ ਨਾ।
ਤੇ ਉਹਨੂੰ ਬੋਲਣ ਵਿੱਚ ਉੱਤੇ ਕੰਮ ਕਰਨ ਦੇ ਵਿੱਚ ਕੋਈ ਸਾਨੂੰ ਸ਼ਰਮ ਕੋਈ ਚੀਜ਼ ਨਹੀਂ ਚਾਹੀਦੀ। ਬੇਸ਼ੱਕ ਨੋ ਡਾਊਟ ਕਿ ਸਾਰੀਆਂ ਲੈਂਗੁਏਜ ਅੱਜ ਦੀ ਜਨਰੇਸ਼ਨ ਨੂੰ ਸਿੱਖਣੀਆਂ ਚਾਹੀਦੀਆਂ। ਹਿੰਦੀ ਵੀ ਹੈ ਸਾਡੀ ਨੈਸ਼ਨਲ ਲੈਂਗੁਏਜ ਹੈ, ਪੰਜਾਬੀ ਹੈ ਸਾਡੀ ਮਦਰ ਟੰਗ ਹੈ, ਉਸ ਤੋਂ ਇਲਾਵਾ ਬਾਕੀ ਵੀ ਜਿਹੜੀ ਇੰਗਲਿਸ਼ ਅਸੀਂ ਬੋਲਦੇ ਹਾਂ, ਸਾਰੀਆਂ ਲੈਂਗੁਏਜ ਸਿੱਖੋ। ਪਰ ਜੋ ਤੁਹਾਨੂੰ ਇੱਕ ਸਵਾਦ ਆਪਣੀ ਭਾਸ਼ਾ 'ਚ ਗੱਲ ਕਰਕੇ ਆਉਂਦਾ ਨਾ, ਅਸੀਂ ਵੀ ਬਰੌਟੀ ਕੰਮ ਹੁੰਦਾ ਅਸੀਂ ਕਰਦੇ ਕਿਸੇ ਵੇਲੇ ਆਪਾਂ ਘਰ ਦੇ ਵਿੱਚ ਨੈਚੁਰਲੀ ਸਾਰੇ ਫ੍ਰੀਲੀ ਪੰਜਾਬੀ ਬੋਲਦੇ ਆ, ਪਰ ਜਦੋਂ ਅਸੀਂ ਕਿਸੇ ਨੂੰ ਮਿਲਦੇ ਹਾਂ ਸਾਨੂੰ ਲੱਗਦਾ ਯਾਰ ਇਹ ਬੰਦਾ ਹਾਈਫਾਈ ਦੇ ਨਾਲ ਕੋਈ ਹਿੰਦੀ 'ਚ ਗੱਲ ਜਾਂ ਅੰਗਰੇਜ਼ੀ 'ਚ ਕੀਤੀ ਜਾਏ, ਜਦ ਕਿ ਉਹ ਸਾਨੂੰ ਇਨਫੀਨੀਟੀ ਕੰਪਲੈਕਸ ਹੋ ਜਾਂਦਾ, ਜਦ ਕਿ ਇੱਦਾਂ ਨਹੀਂ ਹੋਣਾ ਚਾਹੀਦਾ। ਅੱਜ ਜਿਹੜਾ ਮੈਂ ਫਿਰ ਗੱਲ ਕਿਉਂਕਿ ਸਿਨੇਮੇ ਨਾਲ ਜੁੜੇ ਇਸ ਕਰਕੇ ਸਿਨੇਮਾ ਦੀ ਗੱਲ ਕਰਾਂਗਾ। ਅੱਜ ਸਾਊਥ ਦਾ ਸਿਨੇਮਾ ਉਹਦੀ ਬਾਲੀਵੁੱਡ ਵੀ ਨਕਲ ਕਰਦਾ, ਐਡਾ ਵੱਡਾ ਵਿਸ਼ਾਲ ਸਿਨੇਮਾ ਸਾਊਥ ਦਾ। ਅੱਜ ਜਿਹੜੀਆਂ ਫਿਲਮਾਂ ਉਹਦੀਆਂ ਫਿਲਮਾਂ ਸਾਊਥ ਦੀਆਂ ਫਿਲਮਾਂ ਹਿੰਦੀ 'ਚ ਡੱਬ ਹੁੰਦੀਆਂ ਤਾਂ ਉਹਦੇ ਵੱਲ ਵੇਖ ਕੇ ਕਈ ਫਿਲਮਾਂ ਸੇਮ ਸਟੋਰੀ ਦੇ ਨਵੀਆਂ ਵੀ ਬਣਦੀਆਂ ਹਿੰਦੀ ਦੇ ਵਿੱਚ, ਪਰ ਸਾਊਥ ਦਾ ਜਿਹੜਾ ਸਿਨੇਮਾ ਹੈ ਸਿਰਫ ਤੇ ਸਿਰਫ ਆਪਣੀ ਮਦਰ ਟੰਗ ਤੇ ਟਿਕਿਆ ਹੋਇਆ ਹੈ। ਤੁਸੀਂ ਸਾਊਥ 'ਚ ਉਹਨਾਂ ਨੇ ਆਪਣੀ ਭਾਸ਼ਾ ਨੂੰ ਇੰਨਾ ਪਿਆਰ ਕਰਦੇ ਆ, ਕਦੀ ਕੋਈ ਗਾਣਾ ਕਦੀ ਕੋਈ ਫਿਲਮ ਉਹਨਾਂ ਨੇ ਪਾਇਰੇਟਡ ਨਹੀਂ ਦੇਖੀ। ਉਹ ਆਪ ਸਮਝਦੇ ਆ ਕਿ ਆਪਣੀ ਲੈਂਗੁਏਜ 'ਤੇ ਕੋਈ ਕਿਸੇ ਨੇ 100 ਕਰੋੜ ਦੀ ਫਿਲਮ ਬਣਾਈ ਹੈ ਤਾਂ ਅਸੀਂ ਉਹਨੂੰ ਫ੍ਰੀ 'ਚ ਦੇਖ ਲਈਏ ਜਾਂ ਪਾਇਰੇਟਡ ਦੇਖ ਲਈਏ, ਜਾਂ ਆਪਣੀ ਲੈਂਗੁਏਜ ਤੋਂ ਇਲਾਵਾ ਉੱਥੇ ਕੋਈ ਉਹਨਾਂ ਦੀ ਫਿਲਮ ਦਾ ਪੋਸਟਰ ਕੋਈ ਗਾਣੇ ਦਾ ਪੋਸਟਰ ਫਸਟ ਲੈਂਗੁਏਜ ਉਹਨਾਂ ਦੀ ਆਪਣੀ ਲੈਂਗੁਏਜ ਹੁੰਦੀ ਹੈ। ਹਾਂਜੀ ਹਾਂਜੀ, ਕਦੀ ਤੁਸੀਂ ਉਹਨਾਂ ਦੇ ਪੋਸਟਰ 'ਤੇ ਹਿੰਦੀ ਜਾਂ ਇੰਗਲਿਸ਼ ਵੀ ਨਹੀਂ ਦੇਖੋਗੇ। ਇਹ ਹੈ ਲੈਂਗੁਏਜ ਨਾਲ ਪਿਆਰ। ਹਾਂਜੀ, ਜਿਹਦੇ ਕਰਕੇ ਉਹ ਸਿਨੇਮਾ ਦੀ ਵਿਸ਼ਾਲਾ ਦੀ ਨਕਲ ਕਰਨੀ ਪੈ ਰਹੀ ਹੈ। ਹਾਂਜੀ, ਪਰ ਸਾਡੇ ਹਜੇ ਲੋਕ ਮੇਰੀ ਤਾਂ ਕਈ ਫਿਲਮਾਂ ਵਾਲਿਆਂ ਨਾਲ ਇਸ ਗੱਲੋਂ ਵੀ ਬੜੀ ਸੋਸ਼ਲ ਮੀਡੀਆ 'ਤੇ ਲੜਾਈ ਹੋਈ ਕਿ ਫਿਲਮ ਦਾ ਜਿਹੜਾ ਫਿਲਮ ਪੰਜਾਬੀ ਹੈ ਤੇ ਵੱਡਾ ਸਾਰਾ ਪੋਸਟਰ ਰਿਲੀਜ਼ ਕਰ ਰਹੇ ਤੇ ਪੰਜਾਬੀ ਦਾ ਇੱਕ ਵਰਡ ਵੀ ਨਹੀਂ ਹੈਗਾ, ਸਭ ਕੁਝ ਇੰਗਲਿਸ਼ ਲਿਖੀ ਜਾਂ ਗਾਣੇ ਆਲਮੋਸਟ ਹੁਣ ਵੀ ਨਹੀਂ ਪਾ ਜਾਂਦੇ, ਇੰਨੀ ਵਾਰੀ ਕਹਿ ਚੁੱਕੇ ਹਾਂ। ਪਰ ਉਹ ਪਤਾ ਨਹੀਂ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਕਿ ਪੰਜਾਬੀ ਲਿਖਾਂਗੇ ਸ਼ਾਇਦ ਇਹਦੀ ਕੋਈ ਵੀਵਰਸ਼ਿਪ ਘੱਟ ਜਾਏਗੀ ਜਾਂ ਨਹੀਂ ਵੇਖੇਗੇ, ਸਭ ਡਰਾਮੇਬਾਜ਼ੀ ਝੂਠ ਆ। ਕਈ YouTube ਦਾ ਬਹਾਨਾ ਲਾਉਂਦੇ ਕਿ YouTube ਨੂੰ ਅਪਰੂਵਲ ਨਹੀਂ ਹੈ। ਚਲੋ YouTube 'ਤੇ ਅਪਰੂਵਲ ਨਹੀਂ ਵੀ ਹੈ ਕਿਉਂਕਿ ਤੁਸੀਂ ਉੱਥੇ ਐਡਵਰਟਾਈਜ਼ਮੈਂਟ ਵਗੈਰਾ ਸਪੋਂਸਰ ਕਰਨੀ ਹੁੰਦੀ ਹੈ, ਉਹਨੂੰ ਲੈਂਗੁਏਜ ਦਾ ਚੱਕਰ ਹੈ। ਪਰ ਜਿਹੜਾ ਤੁਸੀਂ ਸੋਸ਼ਲ ਮੀਡੀਆ 'ਤੇ ਪੋਸਟਰ ਪਾ ਰਹੇ ਹੋ ਉਹਦਾ YouTube ਨਾਲ ਕੀ ਸੰਬੰਧ ਆ? ਉਹ ਜੇ ਤੁਹਾਡਾ ਪੰਜਾਬੀ ਗਾਣਾ ਜਾਂ ਪੰਜਾਬੀ ਫਿਲਮ ਉਹਦਾ ਪੋਸਟਰ ਤੇ ਪੰਜਾਬੀ ਹੋਣਾ ਚਾਹੀਦਾ। ਬੇਸ਼ੱਕ ਤੁਸੀਂ ਹਿੰਦੀ ਵੀ ਲਿਖੋ ਇੰਗਲਿਸ਼ ਵੀ ਲਿਖੋ, ਪਰ ਫਸਟ ਪ੍ਰੈਫਰੈਂਸ ਤੁਹਾਡਾ ਮੋਟਾ ਪੰਜਾਬੀ ਹੋਣਾ ਚਾਹੀਦਾ। ਤੁਸੀਂ ਸਾਊਥ ਦਾ ਕੋਈ ਵੀ ਗੂਗਲ ਤੇ ਕੱਢ ਕੇ ਕੋਈ ਫਿਲਮ ਦੇਖ ਲਓ, ਕੋਈ ਉਹਨਾਂ ਦਾ ਗਾਣਾ ਦਾ ਪੋਸਟਰ ਦੇਖ ਲਓ, ਤੁਹਾਨੂੰ ਕੋਈ ਦੂਸਰੀ ਲੈਂਗੁਏਜ ਹੀ ਨਹੀਂ ਨਜ਼ਰ ਆਉਂਦੀ। ਆਪੇ ਜਿਹਨੂੰ ਸਮਝ ਆਣੀ ਸਮਝ ਆਉਣੀ ਕਿ ਯਾਰ ਸਾਡੀ ਇਹ ਲੈਂਗੁਏਜ ਹੈ, ਜਿਹਨੂੰ ਤੁਸੀਂ ਸਮਝਣਾ ਸਮਝੋ, ਨਹੀਂ ਸਮਝਣਾ ਨਾ ਸਮਝੋ। ਸਰ ਇਹੀ ਅਸਰ ਮੇਰੇ ਤੇ ਹੋ ਗਿਆ। ਮੈਂ ਐਕਚੁਅਲੀ ਹਿੰਦੀ 'ਚ ਗੱਲ ਕਰਨੀ ਸੀ ਤੁਹਾਡੇ ਨਾਲ, ਪਰ ਤੁਸੀਂ ਪੰਜਾਬੀ 'ਚ ਗੱਲ ਕਰਦੇ ਪਏ ਸੀ ਤੇ ਮੈਂ ਪੰਜਾਬੀ 'ਚ ਸ਼ੁਰੂ ਹੋ ਗਈ ਔਰ ਮੇਰੀ ਉਹ ਹੀ ਟੋਨ ਵਾਪਸ ਆ ਗਈ। ਹਾਲਾਂਕਿ ਆਈ ਐਮ ਨਾਟ ਅ ਗੁੱਡ ਪੰਜਾਬੀ ਸਪੀਕਰ, ਮੈਂ ਪੰਜਾਬੀ ਮੇਰੀ ਥੋੜੀ ਘੱਟ ਹੈ, ਮਤਲਬ ਮੈਂ ਹਿੰਦੀ 'ਚ ਜ਼ਿਆਦਾ ਗੱਲ ਕਰਨੀ ਹੈ। ਕੋਸ਼ਿਸ਼ ਕਰੋ ਕਿ ਦੇਖੋ ਸਾਰੇ ਜਦੋਂ ਸਾਡਾ ਆਲਾ ਦੁਆਲਾ ਦਾ ਮਾਹੌਲ ਹੀ ਸਾਰਾ ਪੰਜਾਬੀ, ਤੁਸੀਂ ਅੰਮ੍ਰਿਤਸਰ 'ਚ ਰਹਿੰਦੇ ਹੋ ਕਿਤੇ ਜਾਂ ਪੰਜਾਬ 'ਚ ਜਿੱਥੇ ਜਾਣਾ ਤੁਹਾਨੂੰ ਪੰਜਾਬੀ ਬੋਲਦੇ ਆ। ਸਰ ਐਕਚੁਅਲੀ ਮੇਰਾ ਬ੍ਰੌਟ ਅਪ ਦਿੱਲੀ ਦਾ ਤੇ ਪੰਜਾਬ 'ਚ ਆ ਕੇ ਤੇ ਫਿਰ ਉਹ ਥੋੜਾ ਫਰਕ ਪੈ ਜਾਂਦਾ ਹੈ, ਬਟ ਸਟਿਲ ਦਿੱਲੀ ਵਾਲੇ ਬਹੁਤ ਵਧੀਆ ਪੰਜਾਬੀ ਬੋਲਦੇ ਆ। ਹਾਂਜੀ ਤੇ ਖੈਰ ਮੈਂ ਉਹ ਹੀ ਕਿ ਸਾਨੂੰ ਕਿਤੇ ਵੀ ਜਿੱਥੇ ਬਹੁਤ ਮਜਬੂਰੀ ਹੈ ਉੱਥੇ ਤੁਸੀਂ ਦੂਸਰੀ ਲੈਂਗੁਏਜ ਯੂਜ਼ ਕਰੋ। ਤੁਹਾਡੀ ਜਿਹੜੀ ਪਛਾਣ ਹੈ ਉਹ ਤੁਹਾਡੀ ਆਪਣੀ ਲੈਂਗੁਏਜ ਹੈ। ਬੇਸ਼ੱਕ ਤੁਸੀਂ ਦਿੱਲੀ ਜਾ ਕੇ ਕੰਮ ਕਰੋ, ਬੰਬੇ ਜਾ ਕੇ ਕੰਮ ਕਰੋ, ਉਹਨਾਂ ਦੀ ਲੈਂਗੁਏਜ ਜਾਂ ਗੱਲ ਕਰਨ ਦੀ ਜੇ ਤੁਸੀਂ ਆਪਣੀ ਲੈਂਗੁਏਜ ਗੱਲ ਕਰੋਗੇ ਉਹਨਾਂ ਨੂੰ ਲੱਗੇਗਾ ਯਾਰ ਇਹ ਬੰਦਾ ਪੰਜਾਬ ਤੋਂ ਆ ਕੇ ਪੰਜਾਬੀ ਬੋਲਦਾ ਹੈ। ਹਾਂ ਠੀਕ ਹੈ, ਜਿੱਥੇ ਗੱਲ ਸਮਝਾਉਣ ਲਈ ਜਾਂ ਪੰਜਾਬੀ, ਖੈਰ ਪੰਜਾਬੀ ਹਿੰਦੀ ਦਾ ਬਹੁਤਾ ਫਰਕ ਨਹੀਂ ਹੈਗਾ, ਦੋਨੇ ਲੈਂਗੁਏਜ ਈਜ਼ੀਲੀ ਸਾਰੇ ਸਮਝ ਲੈਂਦੇ ਆ। ਬਾਲੀਵੁੱਡ ਦੇ ਵਿੱਚ ਹਰ ਫਿਲਮ ਦੇ ਵਿੱਚ ਪੰਜਾਬੀ ਗਾਣਾ ਆਉਂਦਾ ਤੇ ਸਾਰੇ ਉੱਤੇ ਨੱਚਦੇ ਵੀ ਹੈ, ਸਾਰੇ ਬਾਲੀਵੁੱਡ 'ਚ ਆਏ ਅਮਿਤਾਭ ਬੱਚਨ। ਸਰ ਹੁਣ ਨੈਸੈਸਿਟੀ ਹੋ ਗਈ ਹੈ, ਹੁਣ ਤੇ ਨੈਸੈਸਿਟੀ ਹੋ ਗਈ ਹੈ ਕਿਸੇ ਵੀ ਬਾਲੀਵੁੱਡ ਪਿਕਚਰ 'ਚ ਹੋ ਗਈ। ਫਿਰ ਵੀ ਜੇ ਅਸੀਂ ਪੰਜਾਬੀ ਬੋਲਣ ਤੋਂ ਸ਼ਰਮ ਕਰੀਏ ਘਰਾਂ 'ਚ ਜਾਂ ਆਲੇ ਦੁਆਲੇ ਤੇ ਫਿਰ ਸਾਡੇ ਵਾਸਤੇ ਮਾੜੀ ਗੱਲ ਹੈ ਨਾ। ਅਸੀਂ ਪੰਜਾਬੀ ਗਾਣੇ ਤੇ ਡਾਂਸ ਤਾਂ ਕਰ ਸਕਦੇ ਹਾਂ ਪਰ ਬੋਲਣ ਲੱਗੇ ਫਿਰ ਸਾਨੂੰ ਕਿਉਂ ਸ਼ਰਮ? ਬਿਲਕੁਲ। ਇਸ ਕਰਕੇ ਮੈਂ ਸਮਝਦਾ ਕਿ ਜਿਹੜੀ ਆਪਣੀ ਮਦਰ ਟੰਗ ਨੂੰ ਫਸਟ ਪ੍ਰੈਫਰੈਂਸ ਦੇਣੀ ਹੀ ਜ਼ਰੂਰ ਸਰ ਤੁਹਾਡੀ ਗੱਲ ਮੈਂ ਬਿਲਕੁਲ ਧਿਆਨ 'ਚ ਰੱਖਾਂਗੀ। ਸਰ ਨੈਕਸਟ ਕੁਐਸਚਨ ਮੇਰਾ ਹੈਗਾ ਸੀ ਕਿ ਤੁਸੀਂ ਜਿਹੜੇ ਆਉਣ ਵਾਲੇ ਬੱਚੇ ਨੇ ਜਿਹੜੇ ਪੰਜਾਬੀ ਇੰਡਸਟਰੀ 'ਚ ਜੁੜਨਾ ਚਾਹੁੰਦੇ ਨੇ ਉਹਨਾਂ ਨੂੰ ਤੁਸੀਂ ਕੀ ਸਲਾਹ ਦੇਣਾ ਚਾਹੋਗੇ ਕਿ ਕਿੰਜ ਕੰਮ ਕਰਨ, ਕਿੰਜ ਸਿੱਖਣ? ਇੰਜ ਨਹੀਂ ਕਿ ਮਤਲਬ ਬਿਲਕੁਲ ਕੁਝ ਵੀ ਬਿਨਾਂ ਸਿੱਖੇ ਜਾਂ ਟਰਾਈ ਕਰਨਾ ਜਾਂ ਸਭ ਕੁਝ ਆਪਣੀ ਵੀਡੀਓ ਬਣਾ ਲੈਣੀ, ਕੀ ਉਹਨਾਂ ਨੂੰ ਆਪਟ ਕਰਨਾ ਚਾਹੀਦਾ ਹੈ? ਦੇਖੋ ਮੈਂ ਪਹਿਲਾਂ ਵੀ ਗੱਲਾਂ ਕਰਦੇ ਜਿਹੜੀ ਕਹਿ ਚੁੱਕਾ ਹਾਂ ਕਿ ਫਸਟ ਹੈ ਕਿ ਸਿੱਖਣਾ ਜ਼ਰੂਰੀ। ਕੋਈ ਵੀ ਮੇਰੀ ਗੱਲ ਸੁਣੋ, ਅੱਜ ਤੁਸੀਂ ਜਿੱਥੇ ਆਪਾਂ ਆਪਣੇ ਬੱਚਿਆਂ ਨੂੰ ਆਪਣਾ ਕਿਸੇ ਨੂੰ ਅਸੀਂ ਇੰਜੀਨੀਅਰਿੰਗ ਲਾਈਨ 'ਚ ਭੇਜਦੇ ਹਾਂ, ਮੈਡੀਕਲ ਲਾਈਨ 'ਚ ਭੇਜਦੇ ਹਾਂ, ਠੀਕ ਹੈ ਨਾ,
ਕਾਹਦੇ ਵਾਸਤੇ ਡਿਗਰੀ ਹਾਸਲ ਕਰਨ ਵਾਸਤੇ। ਤੁਸੀਂ ਹਾਂਜੀ। ਲਾ ਜੇ ਤੁਸੀਂ ਵਕੀਲ ਬਣਨਾ ਤੇ ਮੇਰੀ ਗੱਲ ਸੁਣੋ, ਤੁਹਾਨੂੰ ਇੱਕ ਚਾਹੀਦੀ ਖਲੋ ਕੇ ਆਪਣਾ ਪਹਿਲਾਂ ਡਿਗਰੀ ਤਾਂ ਦੱਸਣੀ ਪਏਗੀ। ਬਿਲਕੁਲ ਮੈਂ ਦੱਸਣੀ ਜਿਹੜਾ ਪਏਗੀ। ਲਾਇਰ ਇਸ ਲਈ ਕਿ ਮੈਂ ਮੇਰੇ ਕੋਲ LLB ਦੀ ਡਿਗਰੀ ਹੈ। ਇੰਜੀਨੀਅਰ ਬਣਨ ਵਾਸਤੇ ਤੁਸੀਂ ਕੋਈ ਨੌਕਰੀ ਅਪਲਾਈ ਕਰੋਗੇ, ਕਿਤੇ ਵੀ ਜਾਓਗੇ ਤੇ ਤੁਹਾਨੂੰ ਦੱਸਣਾ ਪਏਗਾ ਨਾ ਐਗਜ਼ੈਕਟਲੀ। ਵਾਈ ਨੋਟ ਇਨ ਇੰਡਸਟਰੀ, ਠੀਕ ਹੈ ਨਾ। ਜਦ ਕਿ ਇਹ ਲਾਈਨ ਹੈ ਜਿੱਥੇ ਤੁਹਾਡੇ ਕੋਲ ਅਨਲਿਮਿਟਡ ਅਰਨਿੰਗ ਦਾ ਸਕੋਪ ਹੈ, ਜਿੱਥੇ ਤੁਸੀਂ ਦੌਲਤ ਸ਼ੌਹਰਤ ਕਮਾ ਸਕਦੇ ਹੋ, ਆਪਣਾ ਐਡਾ ਵੱਡਾ ਨਾਮ ਵਰਲਡ ਵਾਈਡ ਕਰ ਸਕਦੇ ਹੋ। ਤੇ ਉੱਥੇ ਤੁਸੀਂ ਕਿਉਂ ਸਮਝਦੇ ਹੋ ਕਿ ਅਸੀਂ ਬਿਨਾਂ ਕੁਝ ਸਿੱਖਿਓ ਅੱਗੇ ਆ ਜਾਈਏ? ਹਾਂਜੀ ਕਿੱਥੋਂ ਤੱਕ ਜਾਓਗੇ? ਹਾਂਜੀ। ਠੀਕ ਹੈ ਨਾ। ਅੱਜ ਇੱਕ ਪਲੇਟਫਾਰਮ ਹੈ, ਸਪੋਜ਼ ਕਰੋ, ਕਿਉਂਕਿ ਇਹ ਇੱਕ ਅਜਿਹਾ ਜਿਹੜਾ ਸਾਡਾ ਪਲੇਟਫਾਰਮ ਹੈ ਹਾਂਜੀ ਜਿੱਥੇ ਕੋਈ ਕੰਪਰੋਮਾਈਜ਼ ਨਹੀਂ ਹੁੰਦਾ। ਜੀ ਜੀ ਅੱਜ ਜੇ ਸਪੋਜ਼ ਕਰੋ ਮੈਂ ਡਾਇਰੈਕਟਰ ਹਾਂ, ਮੈਂ ਇੱਕ ਫਿਲਮ ਬਣਾ ਰਿਹਾ, ਠੀਕ ਹੈ ਨਾ, ਮੈਂ ਇੱਕ ਹੀਰੋ ਜਾਂ ਹੀਰੋਇਨ ਚੂਜ਼ ਕਰਨੀ ਹੈ, ਠੀਕ ਹੈ ਨਾ, ਤੇ ਜੇ ਮੇਰੀ ਫਿਲਮ ਦਾ ਬਜਟ 5 ਕਰੋੜ ਰੁਪਈਆ ਹਾਂਜੀ ਤੇ 5 ਕਰੋੜ ਦੇ ਵਿੱਚੋਂ ਇੱਕ ਪਰਸੈਂਟੇਜ ਦਾ ਉਹਦੇ ਹਿੱਸੇ ਦੀ ਜਾਣੀ ਹੈ ਨਾ, ਹਾਂਜੀ ਹੋਰ 50 ਲੱਖ 25 ਲੱਖ 50 ਲੱਖ 1 ਕਰੋੜ, ਠੀਕ ਹੈ ਨਾ। ਬਿਲਕੁਲ ਤੇ ਮੈਂ 1 ਕਰੋੜ ਰੁਪਈਆ ਕਿਉਂ ਉਸ ਆਰਟਿਸਟ ਤੇ ਖਰਚਾਂਗਾ ਜੇ ਉਹ ਮੈਨੂੰ ਟ੍ਰੇਨ ਨਹੀਂ ਮਿਲੇਗਾ ਤਾਂ? ਵਾਈ? ਬਿਲਕੁਲ ਇਸ ਕਰਕੇ ਜ਼ਰੂਰੀ ਹੈ ਨਾ ਕਿ ਮੈਂ ਕਹਾਂਗਾ ਕਿ ਮੇਰੇ ਕੋਲ ਭਾਵੇਂ ਨਵਾਂ ਹੋਵੇ ਜਾਂ ਪੁਰਾਣਾ ਹੋਵੇ, ਇੱਕ ਸਿੱਖਿਆ ਹੋਇਆ ਹੋਵੇ ਜਿਹੜਾ ਮੇਰੇ ਕੰਮ ਤੇ ਮੇਰੀ ਜੋ ਉਹਦਾ ਰੋਲ ਹੈ ਉੱਤੇ ਖਰਾ ਉਤਰੇ। ਬਿਲਕੁਲ ਬਿਲਕੁਲ ਇਸ ਸਰ। ਕਰਕੇ ਇਹ ਹੈ, ਇਸੇ ਤਰ੍ਹਾਂ ਸਿੰਗਿੰਗ ਹੈ, ਤੁਸੀਂ ਗਾਣਾ ਚਾਹੁੰਦੇ ਹੋ ਤਾਂ ਇੱਕ ਵਧੀਆ ਉਸਤਾਦ ਉਹਨੂੰ ਪ੍ਰੋਪਰ ਜਿਹੜਾ ਹਾਂ ਠੀਕ ਹੈ, ਤੁਹਾਨੂੰ ਗੋਡ ਗਿਫਟਡ ਤੁਹਾਡਾ ਜੇ ਤੁਹਾਨੂੰ ਵੌਇਸ ਮਿਲੀ ਹੈ ਤਾਂ ਉਹਨੂੰ ਪੋਲਿਸ਼ ਕਰਨਾ, ਉਹਦੇ ਵਾਸਤੇ ਤੁਹਾਨੂੰ ਗਾਈਡੈਂਸ ਦੀ ਲੋੜ ਆ। ਜੇ ਤੁਸੀਂ ਨੈਚੁਰਲ ਐਕਟਰ ਵੀ ਨੈਚੁਰਲ ਨਹੀਂ, ਯਾਨੀ ਕਿ ਨਹੀਂ ਕੁਛ ਅਦਾ ਹੁੰਦੀ ਹੈ ਕੁਛ, ਪਰ ਉਹ ਇੱਕ ਲਿਮਟਿਡ ਜਗ੍ਹਾ ਤੇ ਰਹਿ ਜਾਂਦੀ ਹੈ ਕਿ ਤੁਸੀਂ ਥੋੜਾ ਬਹੁਤਾ ਸ਼ੀਸ਼ੇ ਵੱਲ ਦੇਖ ਕੇ ਥੋੜਾ ਬਹੁਤਾ ਐਕਟਿੰਗ ਤਾਂ ਕਰ ਲੋਗੇ, ਪਰ ਜਦੋਂ ਤੁਹਾਨੂੰ ਕਿਸੇ ਕਰੈਕਟਰ ਦੇ ਵਿੱਚ ਇਨਵੋਲਵ ਹੋਣਾ ਪੈਂਦਾ ਨਾ, ਬਹੁਤ ਮੁਸ਼ਕਿਲ, ਉਹਦੇ ਵਾਸਤੇ ਫਿਰ ਤੁਹਾਨੂੰ ਪਤਾ ਨਹੀਂ ਕਿ ਕਿਸ ਤਰ੍ਹਾਂ ਹੋਇਆ ਜਾਂਦਾ। ਸਰ ਬਹੁਤ ਜੇ ਤੁਹਾਨੂੰ ਇੱਕ ਐਕਟਰ ਹੈ, ਜੇ ਤੁਹਾਨੂੰ ਇੱਕ ਇਮੋਸ਼ਨਲ ਰੋਲ ਦਿੱਤਾ ਗਿਆ ਤੇ ਜੇ ਤੁਹਾਡੀਆਂ ਨੈਚੁਰਲ ਅੱਖਾਂ 'ਚ ਅਥਰੂ ਨਾ ਹੋਵੇ ਤਾਂ ਤੁਸੀਂ ਫਿਰ ਐਕਟਰ ਨਹੀਂ। ਬਿਲਕੁਲ ਬਿਲਕੁਲ ਇਹ ਚੀਜ਼ ਹੈ ਕਿ ਤੁਹਾਨੂੰ ਫਿਰ ਉਹ ਕਿਹੜਾ ਟੈਕਟ ਹੈ ਕਿ ਜਿਹੜਾ ਤੁਹਾਨੂੰ ਆਪਣੀਆਂ ਤੁਹਾਡੀਆਂ ਅੱਖਾਂ 'ਚ ਅਥਰੂ ਲੈਂਦਾ, ਇਹੀ ਸਿਖਾਉਣਾ ਪੈਂਦਾ। ਜਿਹੜੀਆਂ ਚੀਜ਼ਾਂ ਬੰਦੇ ਨੂੰ ਸਿੱਖਣੀਆਂ ਪੈਂਦੀਆਂ, ਬਿਲਕੁਲ ਬੇਸਿਕ ਤੁਹਾਨੂੰ ਥੋੜਾ ਜਿਹਾ ਵਰਕ ਕਰਨਾ ਪੈਂਦਾ ਕੁਛ ਨਾ ਕੁਛ। ਸਰ ਹੁਣ ਮੇਰਾ ਇੱਕ ਲਾਸਟ ਕੁਐਸਚਨ, ਤੁਸੀਂ ਬੜੇ ਜਣਿਆਂ ਨੂੰ ਇੰਟਰਵਿਊ ਕੀਤਾ, ਬੜੇ ਜਣਿਆਂ ਦੇ ਬਾਰੇ ਲਿਖਿਆ, ਅੱਜ ਮੈਂ ਤੁਹਾਡਾ ਇੰਟਰਵਿਊ ਲੈ ਰਹੀ ਹਾਂ, ਤੁਹਾਨੂੰ ਕਿਹੋ ਜਿਹਾ ਲੱਗ ਰਿਹਾ? ਨਹੀਂ ਦੇਖੋ ਚਲੋ, ਕਿਉਂਕਿ ਮੈਂ ਖੁਦ ਵੀ ਐਜ਼ ਅ ਰਾਈਟਰ ਐਜ਼ ਅ ਐਕਟਰ ਵੀ ਵਿੱਚ ਫਿਲਮਾਂ 'ਚ ਕਿਤੇ ਜਦੋਂ ਮੌਕਾ ਮਿਲਦਾ ਥੋੜਾ ਬਹੁਤਾ ਕੰਮ ਵੀ ਕਰ ਲੈਂਦਾ ਵਾਂ। ਹਾਂਜੀ। ਤੇ ਜਿੱਦਾਂ ਮੈਂ ਰੂਟੀਨ 'ਚ ਮੈਨੂੰ ਤੇ ਇਹੋ ਲੱਗ ਰਿਹਾ ਕਿ ਨਾਰਮਲੀ ਬੈਠਾ ਹਾਂ, ਨਾਰਮਲ ਡਿਸਕਸ਼ਨ ਮੈਨੂੰ ਚੰਗਾ ਲੱਗ ਰਿਹਾ ਕਿ ਚਲੋ ਮੈਨੂੰ ਵੀ ਸਵਾਲ ਪੁੱਛੇ ਜਾ ਰਹੇ ਨੇ ਤੇ ਇੱਕ ਮੇਰੇ ਫੀਲਡ ਬਾਰੇ ਤੁਸੀਂ ਸਵਾਲ ਪੁੱਛੇ, ਵਧੀਆ ਐਕਸਪੀਰੀਅੰਸ। ਬਿਲਕੁਲ ਸਰ। ਚਲੋ ਕਿ ਇੱਕ ਕਿਉਂਕਿ ਤੁਸੀਂ ਇੱਕ ਬਹੁਤ ਵਧੀਆ ਤਰੀਕੇ ਨਾਲ ਬੜੇ ਵਧੀਆ ਕੁਐਸਚਨ ਪੁੱਛੇ, ਬੜੇ ਕੌਨਫੀਡੈਂਸ ਨਾਲ ਕੁਐਸਚਨ ਪੁੱਛ ਰਹੇ ਹੋ, ਤੁਸੀਂ ਐਜ਼ ਅ ਹੋਸਟ ਬਹੁਤ ਵਧੀਆ ਕੰਮ ਕਰ ਰਹੇ ਹੋ। ਇਸ ਕਰਕੇ ਮੈਨੂੰ ਵੀ ਚੰਗਾ ਲੱਗ ਰਿਹਾ ਕਿ ਬੜੇ ਨੈਚੁਰਲ ਮਾਹੌਲ ਦੇ ਵਿੱਚ ਗੱਲ ਕਰ ਰਹੇ ਹਾਂ। ਸਰ ਸਾਨੂੰ ਹੈਗਾ ਸੀ ਤੁਸੀਂ ਇੰਨੀ ਮਿਹਨਤ ਕੀਤੀ ਇੰਨੇ ਸਾਲਾਂ ਤੋਂ ਇਸ ਇੰਡਸਟਰੀਜ਼ ਪੰਜਾਬੀ ਇੰਡਸਟਰੀ 'ਚ, ਤੇ ਮੈਨੂੰ ਸੀ ਕਿ ਤੁਸੀਂ ਜਿਹੜਾ ਇੰਨਾ ਸਾਰਾ ਐਕਸਪੀਰੀਅੰਸ ਪਿੱਛੇ ਲੈ ਕੇ ਬੈਠੇ ਹੋ, ਹੁਣ ਉਹ ਸਾਹਮਣੇ ਲੈ ਕੇ ਆਣਾ ਹੈ ਤੇ ਸਭ ਨੂੰ ਦੱਸਣਾ ਹੈ ਕਿ ਦਲਜੀਤ ਸਿੰਘ ਅਰੋੜਾ ਜੀ ਨੇ ਐਕਚੁਅਲ 'ਚ ਕੀ ਕੰਮ ਕੀਤਾ ਬੈਕ ਤੇ ਰਹਿ ਕੇ ਲੋਕਾਂ ਦੇ ਪਿੱਛੇ। ਤਾਂ ਸਰ ਉਹੀ ਸਾਡੀ ਮਨਸ਼ਾ ਸੀ ਤੇ ਸਾਨੂੰ ਬਹੁਤ ਅੱਛਾ ਲੱਗਿਆ। ਦੇਖੋ ਹੁਣ ਮੈਂ ਪੰਜਾਬੀ 'ਚ ਹੀ ਗੱਲ ਕਰਦੀ ਪਈ ਆ, ਹਿੰਦੀ ਵਾਪਸ ਇਹਨਾਂ ਦਾ ਅਸਰ ਹੋ ਗਿਆ ਨਾ ਗੱਲ ਕਰਦੇ ਕਰਦੇ, ਸਾਡੀ ਹੋਸਟ ਤਾਂ ਪੂਰੀ ਪੰਜਾਬਣ ਲੱਗਣ ਲੱਗ ਪਈ। ਬਿਲਕੁਲ ਬਿਲਕੁਲ ਸਰ, ਚਲੋ ਵਧੀਆ, ਬੜੀ ਅੱਛੀ ਗੱਲ ਆ। ਮੈਂ ਤਾਂ ਚਲੋ ਜੀ ਮੈਂ ਵੀ ਆਪਣੇ ਵੱਲੋਂ ਜਿਹੜਾ ਥੈਂਕਸ ਕਰਨਾ ਚਾਹਾਂਗਾ, ਜਿਹੜਾ ਤੁਹਾਡਾ ਪ੍ਰੋਗਰਾਮ ਹੈ ਕਿ ਤੁਸੀਂ ਇਸ ਪ੍ਰੋਗਰਾਮ 'ਚ ਮੈਨੂੰ ਬੁਲਾਇਆ, ਇਸ ਚੈਨਲ ਦਾ ਵੀ ਮੈਂ ਸ਼ੁਕਰੀਆ ਅਦਾ ਕਰਾਂਗਾ ਕਿ ਜਿਹੜੇ ਮਾਧਿਅਮ ਤੇ ਤੁਸੀਂ ਮੈਨੂੰ ਲੈ ਕੇ ਆਉਣਾ। ਬਿਲਕੁਲ ਸਰ, ਸਰ ਤੁਹਾਡਾ ਹੱਕ ਬਣਦਾ ਹੈ, ਤੁਸੀਂ ਸ਼ੁਕਰੀਆ ਕੀਤਾ, ਸਾਡੀ ਤਰਫੋਂ ਤੁਹਾਨੂੰ ਬਹੁਤ ਸ਼ੁਕਰੀਆ ਕਿ ਤੁਸੀਂ ਟਾਈਮ ਦਿੱਤਾ ਔਰ ਸਾਡੇ ਨਾਲ ਇੰਨੀ ਸਾਰੀ ਗੱਲਾਂ ਸ਼ੇਅਰ ਕੀਤੀ। ਸਾਨੂੰ ਤੁਹਾਡੀ ਗੱਲਾਂ ਤੋਂ ਕਿੰਨਾ ਕੁਝ ਛੋਟਾ ਸਿੱਖਣ ਨੂੰ ਮਿਲਿਆ ਕਿ ਆਪਣਾ ਜਜ਼ਬਾ ਜਿਹੜਾ ਹੈ ਉਹ ਕਾਇਮ ਰੱਖਣਾ ਚਾਹੀਦਾ ਹੈ। ਅਗਰ ਤੁਸੀਂ ਕੋਈ ਕੰਮ ਕਰ ਰਹੇ ਹੋ, ਆਪਣਾ ਜਜ਼ਬਾ ਬਿਲਕੁਲ ਨਾ ਲੂਜ਼ ਕਰੋ, ਜੋ ਤੁਹਾਡਾ ਪੈਸ਼ਨ ਹੈ ਉਹਨੂੰ ਕੰਟੀਨਿਊ ਕਰੋ, ਜੋ ਕਿ ਲਵਿਕਾ ਨਈਅਰ ਸ਼ੁਰੂ ਤੋਂ ਕਹਿ ਕੇ ਆ। ਸੋ ਆਪਾਂ ਹੁਣ ਇੱਥੇ ਅੱਜ ਆਪਣਾ ਇਹ ਸ਼ੋਅ ਖਤਮ ਕਰਦੇ ਹਾਂ। ਸਰ ਥੈਂਕ ਯੂ ਸੋ ਮਚ ਸਾਡੇ ਨਾਲ ਬੈਠਣ ਵਾਸਤੇ, ਸਾਡੇ ਨਾਲ ਇੰਨੀ ਸਾਰੀ ਗੱਲਾਂ ਸ਼ੇਅਰ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ ਸਰ ਫॉर ਬੀਇੰਗ ਵਿਦ ਅਸ। ਮੈਂ ਆਪਣੇ ਵੱਲੋਂ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਆਪਣੇ ਅਨਫੋਲਡ ਜ਼ਿੰਦਗੀ ਪ੍ਰੋਗਰਾਮ ਦਾ ਹਿੱਸਾ ਬਣਾਇਆ ਤੇ ਨਾਲ ਹੀ ਮੈਂ ਧੰਨਵਾਦ ਕਰਨਾ ਚਾਹਾਂਗਾ ਪੰਜਾਬ ਨੂੰ ਟੀਵੀ ਚੈਨਲ ਦਾ, ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਇਸ ਪ੍ਰੋਗਰਾਮ ਵਿੱਚ ਆਉਣ ਦਾ।
ਤੇ ਮੇਰੇ ਵੱਲੋਂ ਦੋਨਾਂ ਦਾ ਬਹੁਤ ਬਹੁਤ ਧੰਨਵਾਦ। थैंक यू सर, थैंक यू सो मच, थैंक यू। सो आज साडे नाल दलजीत सिंह अरोड़ा जी सी जो कि चीफ एडिटर पंजाबी स्क्रीन मैगजीन ਦੇ ਨੇ ਤੇ ਬਹੁਤ ਅੱਛਾ ਲੱਗਾ ਉਹਨਾਂ ਦੇ ਨਾਲ ਗੱਲਬਾਤ ਕਰਕੇ। ਬਹੁਤ ਕੁਝ ਸਿੱਖਣ ਨੂੰ ਮਿਲਿਆ। ਜਿਵੇਂ ਉਹਨਾਂ ਨੇ ਕਿਹਾ ਕਿ ਆਪਣਾ ਜਜ਼ਬਾ ਕਾਇਮ ਰੱਖੋ, ਕੁਝ ਵੀ ਕੰਮ ਕਰੋ ਤੇ ਆਪਣਾ ਜਜ਼ਬਾ ਜ਼ਰੂਰ ਕਾਇਮ ਰੱਖੋ ਔਰ ਰਿਸਕ ਲੈਣ ਤੋਂ ਨਾ ਡਰੋ ਬਿਲਕੁਲ ਵੀ, ਜੋ ਕਿ ਮੈਂ ਵੀ ਕਹਿੰਦੀ ਹਾਂ ਕਿ ਰਿਸਕ ਲੈਣ ਤੋਂ ਬਿਲਕੁਲ ਨਾ ਡਰੋ। ਆਪਣੇ ਜਜ਼ਬੇ ਨੂੰ, ਆਪਣੇ ਪੈਸ਼ਨ ਨੂੰ ਕੰਟੀਨਿਊਟੀ 'ਚ ਅੱਗੇ ਕੰਮ ਕਰਦੇ ਜਾਓ ਔਰ ਆਪਣਾ ਜਿਹੜਾ ਮੁਕਾਮ ਹੈ ਉਹ ਆਪ ਹਾਸਿਲ ਕਰੋ। ਸੋ ਬਹੁਤ ਅੱਛਾ ਲੱਗਾ ਅੱਜ ਇਹਨਾਂ ਨਾਲ ਗੱਲ ਕਰਕੇ ਤੇ ਮੈਂ ਹਰ ਹਫਤੇ ਹੁਣ ਇੰਝ ਹੀ ਤੁਹਾਡੇ ਨਾਲ ਮਿਲਦੀ ਰਵਾਂਗੀ ਔਰ ਨਵੇਂ ਪਰਸਨੈਲਿਟੀਜ਼ ਨੂੰ ਤੁਹਾਡੇ ਨਾਲ ਰੂਬਰੂ ਕਰਾਉਂਦੀ ਰਵਾਂਗੀ ਔਰ ਲੈ ਕੇ ਆਵਾਂਗੇ ਅਸੀਂ ਨਵੇਂ ਐਕਸਪੀਰੀਐਂसेस और अनफोल्ड करते रहांगे उन्होंने एक्सपीरियंसेस। सो थैंक यू सो मच फॉर बीइंग विद अस। डू शेयर, डू सब्सक्राइब, डू लाइक आवर पेज। थैंक यू सो मच।